ਸ੍ਰੀ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਵਿੱਚ ਬੈਠੀ ਹੋਈ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਸਰਵਣ ਕਰ ਰਹੀ ਨਾਮਧਾਰੀ ਸਾਧ ਸੰਗਤ ਜੀ, ਇੱਕ ਭਾਈ ਖਜਾਨ ਸਿੰਘ ਜੀ ਰਾਗੀ ਹੋਏ ਨੇ। ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਉਪਦੇਸ਼ ਵਿੱਚ ਉਹਨਾਂ ਦਾ ਜ਼ਿਕਰ ਆਉਂਦਾ ਹੈ। ਉਹਨਾਂ ਦੇ ਇੱਕ ਕਵਿਤ ਦੀਆਂ 4 ਤੁਕਾਂ ਨਾਮਧਾਰੀ ਸੰਗਤ ਬਹੁਤ ਸਮੇਂ ਤੋਂ ਪੜ੍ਹਦੀ ਸੁਣਦੀ ਆਈ ਹੈ। ਧੰਨ ਗੁਰੂ ਰਾਮ ਸਿੰਘ ਜਗ ਕਾ ਉਧਾਰ ਕੀਆ, ਤੀਨ ਲੋਕ ਤਾਰ ਦੂਰ ਕੀਏ ਸਭ ਦੁੱਖ ਜੀ। ਗੁਰੂ ਰਾਮ ਸਿੰਘ ਨਾਮ ਲੈ ਤੀਨ ਲੋਕ ਪਾਰ ਪਏ, ਤ੍ਰਿਗ ਜਨਮ ਉਸ ਦਾ ਜੋ ਆਖਦੇ ਮਨੁੱਖ ਜੀ। ਸੰਗਤਾਂ ਬਣਾਈਆਂ ਗੁਰੂ ਰਾਮ ਸਿੰਘ 4 ਤਰਫ, ਸਾਹਿਬ ਸਿੰਘ ਲਾਡਲਾ ਸਪੂਤ ਜਾ ਕੋ ਸੁੱਤ ਜੀ। ਤਨ ਮਨ ਸੀਤਲ ਬਣਾਇਆ ਗੁਰੂ ਰਾਮ ਸਿੰਘ, ਨਾਮ ਦੇ ਆਧਾਰ ਦੇ ਨਾਮ ਕਾ ਆਧਾਰ ਦੇ ਅਗਾਏ ਸਭ ਦੁੱਖ ਜੀ। ਤਾਂ ਉਹ ਜਿਹੜਾ ਸਤਿਗੁਰੂ ਜੀ ਦਾ ਲਾਡਲਾ ਸਪੂਤ ਸਾਹਿਬ ਸਿੰਘ, ਉਹ ਕੈਸਾ ਹੋਵੇਗਾ ਜਿਸ ਨੂੰ ਹਜ਼ੂਰੀ ਰਾਗੀ ਵੱਲੋਂ ਲਾਡਲਾ ਸਪੂਤ ਹੋਣ ਦਾ ਇਹ ਰੁਤਬਾ ਮਿਲਿਆ। ਅੱਜ ਜਿਸ ਤਰ੍ਹਾਂ ਸੂਬਾ ਜੀ ਨੇ ਦੱਸਿਆ ਕਿ 10 ਜੂਨ 1879 ਈਸਵੀ ਨੂੰ ਹਜ਼ਾਰੀ ਬਾਗ ਜੇਲ੍ਹ ਵਿੱਚ ਆਪਣਾ 5 ਭੂਤਕ ਸਰੀਰ ਦਾ ਠੀਕਰਾ ਜ਼ਾਲਮ ਗੋਰਾ ਫਰੰਗੀ ਸ਼ਾਹੀ ਦੇ ਸਿਰ 'ਤੇ ਭੰਨਣ ਵਾਲੇ ਉਸ ਪੰਜਾਬ ਦੀ ਧਰਤੀ ਦੇ ਅਣਖੀਲੇ ਵੀਰ ਨਾਇਕ ਸੂਬਾ ਸਾਹਿਬ ਸਿੰਘ ਜੀ ਦਾ 142ਵਾਂ ਸ਼ਹੀਦੀ ਦਿਨ ਹੈ। ਅੱਜ ਤੋਂ 141 ਵਰ੍ਹੇ ਪਹਿਲਾਂ ਉਹਨਾਂ ਨੇ ਇਹ ਸ਼ਹੀਦੀ ਹਾਸਲ ਕੀਤੀ। ਸਾਡੇ ਇਤਿਹਾਸ ਦੇ ਉਹ ਬਹੁਤ ਉੱਘੇ ਪਾਤਰ ਨੇ। ਸਾਡਾ ਆਪਣਾ ਇਤਿਹਾਸ ਭਾਈ ਸੰਤੋਖ ਸਿੰਘ ਜੀ ਬਾਹੋਵਾਲ ਔਰ ਉਸ ਵੇਲੇ ਦੀ ਫਰੰਗੀ ਸਰਕਾਰ ਦੇ ਦਸਤਾਵੇਜ਼ ਸੂਬਾ ਸਾਹਿਬ ਸਿੰਘ ਜੀ ਦੇ ਕਾਰਨਾਮਿਆਂ ਨਾਲ ਭਰੇ ਪਏ ਹਨ ਅਤੇ ਉਹਨਾਂ ਨੂੰ ਸਰਵਣ ਕਰਨ ਦਾ ਪੁੰਨ ਲਾਭ ਅੱਜ ਆਪਾਂ ਸਾਰੇ ਸ੍ਰੀ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਹਾਸਲ ਕਰ ਰਹੇ ਹਾਂ। ਸੂਬਾ ਸਾਹਿਬ ਸਿੰਘ ਜੀ ਦਾ ਜਨਮ 1834 ਈਸਵੀ ਵਿੱਚ ਪਿੰਡ ਬੰਗਾਲੀਪੁਰ, ਅੱਜ ਕੱਲ੍ਹ ਜ਼ਿਲ੍ਹਾ ਤਰਨ ਤਾਰਨ, ਪੁਰਾਣਾ ਜ਼ਿਲ੍ਹਾ ਅੰਮ੍ਰਿਤਸਰ, ਇਲਾਕਾ ਤਰਨ ਤਾਰਨ, ਉੱਥੇ ਹੋਇਆ ਜਦੋਂ ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ। ਔਰ ਇਸ ਪਿੰਡ ਨੂੰ ਕਿਤੇ ਬਨਵਾਲੀਪੁਰ ਲਿਖਿਆ, ਕਿਤੇ ਬਰਮਾਲੀਪੁਰ ਲਿਖਿਆ। ਇੱਕ ਹੀ ਨਾਂ ਦੇ ਪੰਜਾਬ 'ਚ ਕਈ ਪਿੰਡ ਹੋਇਆ ਕਰਦੇ ਨੇ। ਉਸ ਖਿੱਤੇ ਦੇ ਵਿੱਚ ਆਮ ਲੋਕ ਬੋਲ ਚਾਲ 'ਚ ਇਹਨੂੰ ਬੰਗਾਲੀਪੁਰ ਹੀ ਕਹਿੰਦੇ ਨੇ। ਸੂਬਾ ਜੀ 3 ਭਾਈ ਸਨ। ਰਾਮਗੜੀਆ ਗੁਰਸਿੱਖ ਪਰਿਵਾਰ ਸੀ ਬਾਬਾ ਦਿਆਲ ਸਿੰਘ ਜੀ ਦਾ। ਵੱਡੇ ਸਨ ਰੂੜ ਸਿੰਘ ਜੀ, ਔਰ ਸਤਿਗੁਰੂ ਰਾਮ ਸਿੰਘ ਜੀ ਦੇ ਉਹ ਵੀ ਇੱਕ ਮਹੱਤਵਪੂਰਨ ਸੂਬੇ ਸਨ। ਸੂਬਾ ਰੂੜ ਸਿੰਘ ਜੀ ਆਪਣੇ ਸਤਿਗੁਰੂ ਜੀ ਦੇ ਮਿਸ਼ਨ ਦੇ ਪ੍ਰਚਾਰ ਵਾਸਤੇ ਉਹ ਪਿੰਡ ਬੰਗਾਲੀਪੁਰ ਵਿੱਚੋਂ ਉੱਠ ਕੇ ਸ਼ਹਿਰ ਅੰਮ੍ਰਿਤਸਰ ਵਿੱਚ ਚਲੇ ਗਏ ਸਨ। ਔਰ ਉੱਥੇ ਉਹਨਾਂ ਦੇ ਘਰਾਂ ਵਿੱਚ ਆਈ ਗਈ ਨਾਮਧਾਰੀ ਸਾਧ ਸੰਗਤ ਰੋਕਿਆ ਵੀ ਕਰਦੀ ਸੀ। ਸਤਿਗੁਰੂ ਜੀ ਦੇ ਪ੍ਰੋਗਰਾਮ, ਉਹਨਾਂ ਦੇ ਦੌਰਿਆਂ ਦਾ ਉਸ ਇਲਾਕੇ ਵਿੱਚ ਜਿਹੜੇ ਹੁਕਮ ਆਉਂਦੇ ਸੀ ਭੈਣੀ ਸਾਹਿਬ ਵੱਲੋਂ, ਇਹ ਸੂਬਾ ਰੂੜ ਸਿੰਘ ਜੀ ਪਹੁੰਚਾਇਆ ਕਰਦੇ ਸਨ। ਔਰ ਸੂਬਾ ਰੂੜ ਸਿੰਘ ਜੀ ਅੰਮ੍ਰਿਤਸਰ ਬੁੱਚੜਬੱਧ ਸਾਕੇ ਦੀ ਵਜ੍ਹਾ ਕਰਕੇ ਵੀ ਅੰਗਰੇਜ਼ ਸਰਕਾਰ ਦੀਆਂ ਅੱਖਾਂ ਵਿੱਚ ਰੜਕਦੇ ਸਨ। ਸਾਹਿਬ ਸਿੰਘ ਜੀ ਤੋਂ 3 ਸਾਲ ਵੱਡੇ ਸਨ ਸੂਬਾ ਰੂੜ ਸਿੰਘ ਜੀ। ਔਰ ਸਾਹਿਬ ਸਿੰਘ ਜੀ ਤੋਂ ਛੋਟੇ ਸਨ ਹੀਰਾ ਸਿੰਘ ਜੀ। ਜਿਹੜੇ ਸਾਡੇ ਵਿਦਿਆਰਥੀ ਪੰਜਾਬੀ ਸਾਹਿਤ ਜਾਂ ਨਾਮਧਾਰੀ ਪੰਜਾਬੀ ਸਾਹਿਤ ਪੜ੍ਹਦੇ ਨੇ, ਉਹ 1936 ਈਸਵੀ ਦਾ ਜਿਹੜਾ ਬਸੰਤ ਅੰਕ ਜ਼ਬਤ ਕਰ ਲਿਆ ਸੀ, ਉਹਦੇ 'ਚ ਚੱਕਰਵਰਤੀ ਜੀ ਦਾ ਇੱਕ ਲੇਖ ਹੈ ਅਪੂਰਵ ਬਲੀਦਾਨ, ਉਹਨੂੰ ਜ਼ਰੂਰ ਪੜ੍ਹਨ। ਔਰ ਉਸ ਲੇਖ ਦਾ ਆਰੰਭ ਜਿਹੜਾ ਹੈ ਉਹ ਸੂਬਾ ਸਾਹਿਬ ਸਿੰਘ ਅਤੇ ਉਹਨਾਂ ਦੇ ਜਿਹੜੇ ਭਾਈ ਹੀਰਾ ਸਿੰਘ ਬੰਗਾਲੀਪੁਰ ਪਿੰਡ ਵਿੱਚ ਰਹਿੰਦੇ ਨੇ, ਉਹਨਾਂ ਦੀ ਵਾਰਤਾਲਾਪ ਤੋਂ ਸ਼ੁਰੂ ਹੁੰਦਾ ਹੈ। ਹੀਰਾ ਸਿੰਘ ਜੀ ਆਪਣੇ ਪਿੰਡੋਂ ਸ੍ਰੀ ਭੈਣੀ ਸਾਹਿਬ ਆਉਂਦੇ ਨੇ। ਕੋਈ ਉਹਨਾਂ ਨੂੰ ਸੁਪਨਾ ਆਉਂਦਾ ਹੈ, ਉਸ ਸੁਪਨੇ ਦੇ ਸੰਬੰਧ 'ਚ ਉਹ ਸਾਹਿਬ ਸਿੰਘ ਹੋਰਾਂ ਨਾਲ ਬਚਨ ਬਿਲਾਸ ਕਰਕੇ ਬੜੇ ਚਿੰਤਾਤੁਰ ਹੋ ਰਹੇ ਨੇ। ਔਰ ਉਹ ਸੁਪਨਾ ਉਹਨਾਂ ਦਾ ਨਾਮਧਾਰੀ ਪੰਥ ਦੀਆਂ ਭਵਿੱਖ ਘਟਨਾਵਾਂ ਦੇ ਸੰਬੰਧ ਵਿੱਚ। ਉਸ ਹੀਰਾ ਸਿੰਘ ਹੋਰਾਂ ਬਾਰੇ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਰਿਕਾਰਡ ਹੋਏ ਉਪਦੇਸ਼ ਵਿੱਚ ਵੀ ਇਹ ਜ਼ਿਕਰ ਆਉਂਦਾ ਹੈ ਕਿ ਅਸੀਂ ਉਹਨਾਂ ਦੇ ਕੋਲ ਗਏ। ਬਾਬਾ ਜੀ 100 ਸਾਲ ਤੋਂ ਉਸ ਵੇਲੇ ਕੁਝ ਉੱਤੇ ਉਮਰ ਦੇ ਸਨ
ਔਰ ਜਾਂਦਿਆਂ ਦਰਸ਼ਨ ਕਰਕੇ ਕਹਿਣ ਲੱਗੇ, ਆਖ ਗਏ ਸਨ ਆਵਾਂਗੇ ਆਏ ਨਹੀਂ ਤੇ ਵਿਰਾਗੀ ਹੋ ਗਏ। ਸਤਿਗੁਰੂ ਰਾਮ ਸਿੰਘ ਜੀ ਦੇ ਵਿਰਾਗ ਵਿੱਚ ਸਾਰਾ ਹੀ ਨਾਮਧਾਰੀ ਪੰਥ ਉਸ ਵੇਲੇ ਮਸਤਾਨਾ ਹੋਇਆ ਫਿਰਦਾ ਸੀ। ਔਰ ਉਸ ਤਰ੍ਹਾਂ ਦਾ ਹੀ ਮਸਤਾਨੇ ਦੀਵਾਨੇ ਉਹ ਭਾਈ ਹੀਰਾ ਸਿੰਘ ਜੀ ਸਨ, ਜਿਹੜੇ ਸੂਬਾ ਜੀ ਤੋਂ ਛੋਟੇ ਭਾਈ ਸਨ। ਔਰ ਸੂਬਾ ਰੂੜ ਸਿੰਘ ਜੀ ਵੀ ਜਦੋਂ ਸੂਬਾ ਜੀ ਨੂੰ ਜਲਾਵਤਨ ਕੀਤਾ ਗਿਆ, ਉਹਨਾਂ ਨੂੰ ਅਸੀਰਗੜ੍ਹ ਕਿਲੇ ਵਿੱਚ ਰੱਖਿਆ ਗਿਆ, ਜਿੱਥੇ ਉਹਨਾਂ ਦਾ ਅੰਤ ਸਮਾਂ ਆਇਆ, ਵਾਪਸ ਪੰਜਾਬ ਵਿੱਚ ਨਹੀਂ ਆਏ। ਸੂਬਾ ਸਾਹਿਬ ਸਿੰਘ ਜੀ ਉਹਨਾਂ ਦੇ ਆਪਣੇ ਮੈਕਨਬ ਦੇ ਸਾਹਮਣੇ ਦਿੱਤੇ ਇਲਾਹਾਬਾਦ ਕਿਲੇ ਵਿੱਚ ਬਿਆਨਾਂ ਦੇ ਅਨੁਸਾਰ ਉਹਨਾਂ ਨੇ ਭਜਨ 1859 ਈਸਵੀ ਵਿੱਚ, ਜਨਮ 1834 ਈਸਵੀ ਦਾ, ਔਰ ਭਜਨ 1859 ਈਸਵੀ ਵਿੱਚ ਹਜ਼ਰੋਂ ਸਾਹਿਬ ਗੁਰੂ ਬਾਲਕ ਸਿੰਘ ਜੀ ਤੋਂ ਲਿਆ। ਮੁਕਤਸਰ ਦੀ ਮਾਘੀ ਤੇ ਸੂਬਾ ਬ੍ਰਹਮਾ ਸਿੰਘ ਜੀ, ਉਦੋਂ ਸੂਬੇ ਨਹੀਂ, ਉਦੋਂ ਸ਼ਾਇਦ ਬ੍ਰਹਮਾਨੰਦ ਹੋਣਗੇ, ਔਰ ਇਹ ਸਾਹਿਬ ਸਿੰਘ ਜੀ ਉਦੋਂ ਸਾਹਿਬਦਾਸ ਹੋਣਗੇ। ਇਹ ਦੋਵੇਂ ਉਦਾਸੀ ਸਾਧੂ ਸਨ। ਸਾਹਿਬ ਸਿੰਘ 16 ਸਾਲ ਦੀ ਉਮਰ 'ਚ ਘਰੋਂ ਨਿਕਲ ਗਏ ਸਨ ਔਰ ਉਦਾਸੀ ਨਾਗੇ ਸਾਧੂਆਂ ਨਾਲ ਰਲ ਗਏ ਸਨ। 9 ਸਾਲ ਇਹ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਭਰਮਣ ਕਰਦੇ ਫਿਰੇ ਸਨ, ਕਿਉਂਕਿ ਉਹ ਸਮਾਂ ਪੰਜਾਬ ਵਿੱਚ ਨਵੇਂ-ਨਵੇਂ ਅੰਗਰੇਜ਼ ਆ ਗਏ ਸਨ ਔਰ ਜਿਹੜੇ ਲੋਕ ਆਪਣੇ ਵਤਨ ਦੀ ਮਿੱਟੀ ਨੂੰ ਪਿਆਰ ਕਰਦੇ ਸਨ, ਇਸ ਦੇਸ਼ ਨਾਲ ਜਿਨ੍ਹਾਂ ਨੂੰ ਮੋਹ ਸੀ, ਉਹ ਇਹ ਸਾਰਾ ਕੁਝ ਵੇਖ ਕੇ ਉਹਨਾਂ ਨੂੰ ਬਰਦਾਸ਼ਤ ਕਰਨਾ ਔਖਾ ਹੋ ਰਿਹਾ ਸੀ। ਉਹ ਬਹੁਤ ਸਾਰੇ ਉਸ ਵੇਲੇ ਲੋਕਾਂ ਦਾ ਅਸੀਂ ਆਪਣੇ ਇਤਿਹਾਸ 'ਚ ਪੜ੍ਹਦੇ ਹਾਂ ਕਿ ਉਹ ਵਿਰਕਤ ਹੋ ਗਏ, ਉਹ ਪੰਜਾਬ ਤੋਂ ਬਾਹਰ ਚਲੇ ਗਏ, ਦੂਜਿਆਂ ਫਿਰਕਿਆਂ 'ਚ ਰਲ ਗਏ, ਤਾਂ ਕਿ ਉਹ ਸੋਚਣ ਲੱਗ ਪਏ ਕਿ ਹੁਣ ਅਗਲੇ ਸਮੇਂ 'ਚ ਫਿਰ ਆਪਣਾ ਰਾਜ ਹਾਸਲ ਕਰਨ ਵਾਸਤੇ ਕਿਹੋ ਜਿਹੇ ਉਪਰਾਲੇ ਕੀਤੇ ਜਾਣਗੇ। ਔਰ ਜਦੋਂ ਉਹ ਮੁਕਤਸਰ ਦੀ ਮਾਘੀ 'ਤੇ ਕਿਤੇ ਇਕੱਠੇ ਹੋਏ ਨੇ ਦੋਵੇਂ ਸਾਧੂ, ਉੱਥੇ ਉਹਨਾਂ ਨੂੰ ਗੁਰੂ ਬਾਲਕ ਸਿੰਘ ਜੀ ਦੀ ਸੋਹ ਮਿਲੀ ਹਜ਼ਰੋਂ ਸਾਹਿਬ ਦੀ। ਉਹ ਉੱਧਰ ਨੂੰ ਚਲੇ ਗਏ ਔਰ ਗੁਰੂ ਬਾਲਕ ਸਿੰਘ ਜੀ ਨੇ ਨਾਮ ਦੀ ਦਾਤ ਤੇ ਦੋਹਾਂ ਨੂੰ ਦਿੱਤੀ, ਸੂਬਾ ਬ੍ਰਹਮਾ ਸਿੰਘ ਜੀ ਨੂੰ ਵੀ ਤੇ ਇਹਨਾਂ ਨੂੰ ਵੀ ਉਦਾਸੀ ਤੋਂ ਨਾਮਧਾਰੀ ਬਣਾ ਦਿੱਤਾ। ਇਹ ਹੁਕਮ ਕਰ ਦਿੱਤਾ ਕਿ ਹੁਣ ਸਮੇਂ ਦੇ ਮਾਲਕ ਸਤਿਗੁਰੂ ਸਵਾਮੀ ਸ੍ਰੀ ਭੈਣੀ ਸਾਹਿਬ ਬਿਰਾਜਮਾਨ ਨੇ ਤੇ ਉੱਥੇ ਉਹਨਾਂ ਦੇ ਚਰਨਾਂ ਵਿੱਚ ਪੁੱਜ ਜਾਓ। ਇਹ ਫਿਰ ਅੱਗੇ ਪਿੱਛੇ ਦੋਵੇਂ ਬ੍ਰਹਮਾ ਸਿੰਘ ਜੀ ਵੀ ਤੇ ਸਾਹਿਬ ਸਿੰਘ ਜੀ ਵੀ ਸ੍ਰੀ ਭੈਣੀ ਸਾਹਿਬ ਆ ਜਾਂਦੇ ਨੇ। ਇਹ 1859-60 ਦੇ ਵਿੱਚ ਹੀ ਸਾਹਿਬ ਸਿੰਘ ਜੀ ਭੈਣੀ ਸਾਹਿਬ ਆ ਜਾਂਦੇ ਨੇ ਸਤਿਗੁਰੂ ਜੀ ਦੇ ਦਰਬਾਰ ਵਿੱਚ। ਔਰ ਪੁੱਛਿਆ ਸਿੰਘਾਂ ਨੇ ਵੀ ਕੀ ਕਰੋਗੇ? ਕਹਿਣ ਲੱਗੇ ਮੈਂਸਾਂ ਚਰਾਏ ਲਿਆਇਆ ਕਰਾਂਗਾ। ਸਤਿਗੁਰੂ ਜੀ ਨੇ ਖੁਸ਼ ਹੋ ਕੇ ਬਚਨ ਕੀਤਾ, ਛੋਟਾ ਹੁੰਦਾ ਮੈਂ ਵੀ ਮੈਸਾਂ ਚਾਰਦਾ ਰਿਹਾ ਹਾਂ ਔਰ ਹੁਣ ਅਕਾਲ ਪੁਰਖ ਨੇ ਚਾਰਨ ਵਾਲੇ ਘੱਲ ਦਿੱਤੇ ਹਨ। ਕੁਝ ਸਮਾਂ ਉਹਨਾਂ ਨੇ ਪਸ਼ੂ ਚਾਰੇ ਸਤਿਗੁਰੂ ਜੀ ਦੇ ਡੇਰੇ ਦੇ, ਔਰ ਉਸ ਤੋਂ ਛੇਤੀ ਮਗਰੋਂ ਫਿਰ ਉਹ ਬੱਚਿਆਂ ਨੂੰ ਗੁਰਮੁਖੀ ਸਿੱਖਿਆ, ਗੁਰਬਾਣੀ ਇਹ ਪੜ੍ਹਾਉਣ ਲੱਗ ਪਏ ਸਾਹਿਬ ਸਿੰਘ ਜੀ। ਇਸ ਤਰ੍ਹਾਂ ਦਾ ਉਹਨਾਂ ਦਾ ਜ਼ਿਕਰ ਆਉਂਦਾ ਹੈ। ਪਹਿਲੀ ਵਾਰ ਜ਼ਿਕਰ ਉਹਨਾਂ ਦਾ ਗੰਗਾ 'ਤੇ ਜਾਣ ਵੇਲੇ, ਜਦੋਂ ਸਤਿਗੁਰੂ ਜੀ 1861 ਈਸਵੀ ਦੀ ਅਰਧ ਕੁੰਭੀ 'ਤੇ ਗੰਗਾ ਵਾਸਤੇ ਜਾਂਦੇ ਨੇ, ਇਹ ਦੱਸਣ ਲਈ ਕਿ ਜਿਹੜੀਆਂ ਪੁਰਾਣੀਆਂ ਧਾਰਮਿਕ ਅਸਥਾਨ ਜਾਂ ਤੀਰਥ ਮਨੌਤਾਂ ਨੇ, ਇਹਨਾਂ ਦੇ ਵਿੱਚ ਲੋਕ ਅਗਿਆਨਤਾ ਦੇ ਵਾਸਤੇ ਇੱਥੇ ਜਾਂਦੇ ਨੇ, ਪਰ ਗੁਰਸਿੱਖਾਂ ਵਾਸਤੇ ਆਪਣੇ ਸਤਿਗੁਰੂ ਦੇ ਦਰਸ਼ਨ ਤੋਂ, ਸਤਿਗੁਰੂ ਦੀ ਗੁਰਬਾਣੀ ਦੇ ਪਾਠ ਪਾਠਣ ਤੋਂ ਵੱਡਾ ਹੋਰ ਕੋਈ ਮਹੱਤਵ ਨਹੀਂ। ਇਸ ਲਈ ਉਸ ਕੌਤਕ ਵਿੱਚ ਇੱਕ ਮਾਤਾ ਉੱਥੇ ਟਰਪੱਲੇ ਪਿੰਡ ਨੇ ਉਹਦਾ, ਜਾਂ ਉਹ ਪੱਛਮੀ ਪੰਜਾਬ ਦੇ ਕਿਸੇ ਪਿੰਡ ਦੀ, ਜਾਂ ਇਹ ਵੇਰਵਾ ਬਾਹੋਵਾਲ ਜੀ ਨੇ ਲਿਖਿਆ। ਸਤਿਗੁਰੂ ਜੀ ਤੋਂ ਉਹਨੇ ਪਹਿਲਾਂ ਭਜਨ ਲਿਆ ਔਰ ਫਿਰ ਉਹ ਕਹਿਣ ਲੱਗੀ ਜੀ ਮੈਨੂੰ ਟੱਪਾ ਭੁੱਲ ਗਿਆ। ਭਜਨ ਨੂੰ ਟੱਪਾ ਆਖਣ 'ਤੇ ਸਤਿਗੁਰੂ ਜੀ ਥੋੜ੍ਹੇ ਉਸ ਵੇਲੇ ਤੇਜ਼ੀ ਵਿੱਚ ਆਏ ਔਰ ਮਾਈ ਦੇ ਨਾਲ ਥੋੜ੍ਹਾ ਉਹਨਾਂ ਨੇ ਰੌਦਰ ਰੂਪ ਉਹਨੂੰ ਵਿਖਾਇਆ। ਤਾਂ ਸੂਬਾ ਸਾਹਿਬ ਸਿੰਘ ਜੀ ਉਦੋਂ ਅਜੇ ਸੂਬੇ ਨਹੀਂ, ਕਹਿਣ ਲੱਗੇ ਜੀ ਬਖਸ਼ੋ, ਕਿਰਪਾ ਕਰੋ। ਤਾਂ ਸਤਿਗੁਰੂ ਜੀ ਨੇ ਉਹਨੂੰ ਵੀ ਜਿਹੜਾ ਸਾਡਾ ਪੁਰਾਣਿਕ ਸਾਹਿਤ ਹੈ, ਜਿਹੜੀਆਂ ਪੁਰਾਣੀਆਂ ਕਥਾਵਾਂ ਨੇ, ਮਿੱਥ ਜਿਹਨੂੰ ਅੰਗਰੇਜ਼ੀ ਵਾਲੇ ਕਹਿ ਦਿੰਦੇ ਨੇ, ਇਹਨਾਂ ਦੇ ਵਿੱਚ ਵੀ ਇਤਿਹਾਸ ਦੀ ਜਿਹੜੀ ਲੜੀਵਾਰਤਾ ਨਾਲ ਨਾਲ ਤੁਰਦੀ ਹੈ। ਉਹਨੂੰ ਕਹਿਣ ਲੱਗੇ ਵੀ ਤੇਰਾ ਅੱਗੇ ਪਿਓ ਮਾਰਿਆ ਸੀ, ਤੂੰ ਅੰਗਦ ਸੈਂ, ਬਾਲੀ ਨੂੰ ਦਾ ਵੱਧ ਰਮਾਇਣ ਦੀ ਘਟਨਾ ਵਿੱਚ ਰਾਮਚੰਦਰ ਜੀ ਦੁਆਰਾ ਹੋਇਆ ਔਰ ਤੁਰੇ ਆਉਂਦੇ ਉਹ ਉਦੋਂ ਦੇ ਹੀ ਨਾਲ ਨਾਲ ਬਖਸ਼ਾਉਣ ਵਾਸਤੇ। ਇਸ ਤੋਂ ਬਾਅਦ
ਫਿਰ ਸਾਹਿਬ ਸਿੰਘ ਜੀ ਵਾਪਸ ਸ੍ਰੀ ਭੈਣੀ ਸਾਹਿਬ ਆਉਂਦੇ ਨੇ। ਸੂਬੇ 1865 ਈਸਵੀ ਵਿੱਚ ਸਤਿਗੁਰੂ ਜੀ ਥਾਪਦੇ ਨੇ। ਉਹਨਾਂ ਦੇ ਆਪਣੇ ਬਿਆਨ ਨੇ ਸਾਰੇ ਹੀ ਸੂਬਿਆਂ ਦੇ ਕਿ 1863 ਵਿੱਚ ਆਨੰਦ ਮਰਿਆਦਾ ਲਾਗੂ ਹੋਈ। ਉਸ ਤੋਂ ਬਾਅਦ ਸਤਿਗੁਰੂ ਜੀ ਨੂੰ ਸ੍ਰੀ ਭੈਣੀ ਸਾਹਿਬ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। ਤਾਂ 1865 ਈਸਵੀ ਵਿੱਚ ਸੂਬਿਆਂ ਦੀ ਸਥਾਪਨਾ ਹੋਈ। ਤਾਂ ਪਹਿਲੇ ਸੂਬੇ ਕਾਹਨ ਸਿੰਘ ਜੀ ਚੱਕ, ਸੁੱਧ ਸਿੰਘ ਜੀ ਮਡੌਰ, ਅੰਬਾਲਾ, ਦੁਰਗਾਪੁਰ, ਨਵਾਂ ਸ਼ਹਿਰ ਵੀ ਲਿਖਿਆ, ਔਰ ਜਵਾਹਰ ਸਿੰਘ ਜੀ ਪਿੰਡ ਕਈ ਨੇ। ਅਸਲ ਪਿੰਡ ਉਹਨਾਂ ਦਾ ਮਾਝੇ ਵਿੱਚ ਸੀ ਸੋਹਲ, ਨਾਨਕੇ ਭਾਈ ਕੇ ਡਰੌਲੀ, ਨਿਰਮਲਿਆਂ 'ਚੋਂ ਆਏ ਸਨ ਸੂਬਾ ਸਾਹਿਬ ਸਿੰਘ ਜੀ। ਚੌਥੇ ਫਿਰ ਲੱਖਾ ਸਿੰਘ ਜੀ ਮਲੌਦ, ਆਪਣੇ ਨੇੜੇ ਹੀ ਇੱਥੋਂ ਸ੍ਰੀ ਭੈਣੀ ਸਾਹਿਬ ਤੋਂ। ਪੰਜਵੇਂ ਇਹ ਸੂਬਾ ਸਾਹਿਬ ਸਿੰਘ ਜੀ ਸਨ, ਪਹਿਲੇ 5 ਸੂਬਿਆਂ ਦੇ ਵਿੱਚੋਂ। ਔਰ ਫਿਰ ਇੱਕ ਪ੍ਰਸੰਗ ਬਾਹੋਵਾਲ ਜੀ ਇਹ ਵੀ ਲਿਖਦੇ ਨੇ ਕਿ ਸਤਿਗੁਰੂ ਜੀ ਦੁਆਬੇ ਦੇ ਦੌਰੇ ਤੋਂ ਰਾਤ ਲੁਧਿਆਣੇ ਬਰਾਜੇ ਨੇ ਜਾਂ ਲੁਧਿਆਣੇ ਨੂੰ ਆ ਰਹੇ ਨੇ, ਅਤੇ ਇੱਕ ਫੰਦਕ ਕੇ ਰਸਤੇ 'ਚ ਉਹਨੇ ਪੰਛੀ ਫੜੇ ਨੇ। ਸਾਹਿਬ ਸਿੰਘ ਨੂੰ ਕਹਿਣ ਲੱਗੇ ਇਹਦੇ ਤੋਂ ਮੁੱਲ ਪੁੱਛ ਲੈ ਔਰ ਇਹਨੂੰ ਪੈਸੇ ਦੇ ਕੇ ਇਹ ਸਾਰੇ ਪੰਛੀ ਮੁਕਤ ਕਰਾ ਦਿੱਤੇ ਜਾਣ। ਇਸ ਤਰ੍ਹਾਂ ਦੇ ਕਾਰਜ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਸਾਹਿਬ ਸਿੰਘ ਦੁਆਰਾ ਕੀਤੇ ਜਾਂਦੇ ਨੇ। ਉਹ ਇੱਕ ਵਾਰ ਵਰਨ ਪਿੰਡ ਦੇ ਵਿੱਚ ਇੱਕ ਰਾਗੀ ਆਉਂਦਾ ਹੈ। ਸਤਿਗੁਰੂ ਜੀ ਉਹਨੂੰ ਕਹਿਣ ਲੱਗੇ ਸਾਹਿਬ ਸਿੰਘ ਇਹਨੂੰ 5 ਰੁਪਈਏ ਦੇ ਦਿਓ। ਅੱਗੋਂ ਕਿਤੇ ਕਿਤੇ ਇਸ ਤਰ੍ਹਾਂ ਦਾ ਵੀ ਹੋ ਜਾਂਦਾ ਸਿੱਖ ਥੋੜ੍ਹਾ ਬਚਨ ਮੰਨਣ 'ਚ ਅੱਗਾ ਪਿੱਛਾ ਵੀ। ਉਹ ਕਹਿਣ ਲੱਗਾ ਜੀ ਦੁਆਨੀ ਚੁਆਨੀ ਕੀ ਮਾਫਕ ਹੈ, 5 ਰੁਪਈਆਂ ਵਾਲਾ ਇਹ ਨਹੀਂ। ਸਤਿਗੁਰੂ ਜੀ ਨੇ ਆਪਣੇ ਉੱਤੋਂ ਲਾ ਕੇ ਲੋਈ ਜਾਂ ਕੋਈ ਦੁਸ਼ਾਲਾ ਜਿਹੜਾ 25 ਰੁਪਏ ਦਾ ਲਿਖਿਆ ਬਾਹੋਵਾਲ ਜੀ ਨੇ, ਉਹ ਉਸ ਰਾਗੀ ਨੂੰ ਦੇ ਦਿੱਤਾ ਵੀ ਲੈ ਬਈ ਆ ਲੈ ਜਾ। ਇਸ ਤਰ੍ਹਾਂ ਦੇ ਬਹੁਤ ਸਾਰੇ ਉਹਨਾਂ ਦੇ ਨਾਲ ਸੰਬੰਧਿਤ ਬਚਨ। ਜਦੋਂ ਮਾਈਆਂ ਬੀਬੀਆਂ ਨੂੰ ਖਾਸ ਕਰਕੇ ਅੰਮ੍ਰਿਤ ਛਕਾਇਆ ਹੈ ਤਾਂ ਮਨਮੱਤ ਦੇ ਪ੍ਰਤੀਕ ਜਿਹੜੇ ਗਹਿਣੇ ਸਨ, ਉਹ ਗਹਿਣੇ ਕੱਟਣ ਵਾਸਤੇ ਸਾਹਿਬ ਸਿੰਘ ਜੀ ਨੂੰ ਸਤਿਗੁਰੂ ਜੀ ਕਿਹਾ ਕਰਦੇ ਸਨ ਕਿ ਸਾਹਿਬ ਸਿੰਘ ਫੜ ਰੰਬਾ ਔਰ ਇਹ ਪਹੁੰਚੀਆਂ ਕੱਟ ਦਈਏ। ਪਹੁੰਚੀਆਂ ਕੋਈ ਹੱਥਾਂ ਦਾ ਗਹਿਣਾ ਹੁੰਦਾ ਸੀ, ਉਹ ਕਿਸ ਕਿਸਮ ਦਾ ਸੀ ਮੈਂ ਤਾਂ ਨਹੀਂ ਵੇਖਿਆ, ਪੁਰਾਣੇ ਲੋਕ ਜਾਣਦੇ ਹੋਣਗੇ। ਸਾਹਿਬ ਸਿੰਘ ਜੀ ਸਤਿਗੁਰੂ ਜੀ ਦਾ ਹੁਕਮ ਮੰਨ ਕੇ ਮਰਿਆਦਾ ਨੂੰ ਲਾਗੂ ਕਰਨ ਵਿੱਚ ਛੱਲੇ ਪਹੁੰਚੀਆਂ ਹੱਥ ਨਾ ਮੂਲ ਪਾਵੀਂ ਸੋਧ ਨਾਲ ਹੈ ਇਹਨਾਂ ਦੀ ਖਾਰ ਬੀਬੀ। ਪੂਰੇ ਸਤਿਗੁਰੂ ਪੰਥ ਨੂੰ ਹੁਕਮ ਦਿੰਦੇ ਰੱਖੀ ਪਾਸ ਤੂੰ 5 ਕਕਾਰ ਬੀਬੀ। ਭਾਈ ਕਾਲਾ ਸਿੰਘ ਜੀ ਨੰਗਲ ਵਾਲੇ ਜਿਹੜੇ ਨੇ ਉਹ ਆਪਣੀ ਪੁਸਤਕ ਦੇ ਵਿੱਚ ਇਹਨਾਂ ਦਾ ਜ਼ਿਕਰ ਕਰਦੇ ਨੇ। ਸਤਿਗੁਰੂ ਜੀ ਇੱਕ ਪਾਸੇ ਸਤਿਗੁਰੂ ਨਾਨਕ ਦੇਵ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਅਲੋਪ ਹੋ ਰਹੀ ਸਿੱਖੀ ਨੂੰ ਸਥਾਪਿਤ ਕਰ ਰਹੇ ਨੇ। ਦੂਜੇ ਪਾਸੇ ਉਸ ਵੇਲੇ ਪੰਜਾਬ ਦੇ ਵਿੱਚ ਗੁਆਚੇ ਸਿੱਖ ਰਾਜ ਦੀ ਫੇਰ ਬਹਾਲੀ ਲਈ ਪੰਜਾਬੀਆਂ ਦੇ ਆਪਣੇ ਰਾਜ ਨੂੰ ਵਾਪਸ ਲਿਆਉਣ ਵਾਸਤੇ ਯਤਨਸ਼ੀਲ ਹੋ ਰਹੇ ਨੇ। ਸਵਦੇਸ਼ੀ ਦਾ ਪ੍ਰਚਾਰ ਹੋ ਰਿਹਾ ਹੈ। ਅੰਗਰੇਜ਼ ਸਰਕਾਰ ਦੀਆਂ ਸੰਸਥਾਵਾਂ ਦਾ ਬਾਈਕਾਟ ਕੀਤਾ ਜਾ ਰਿਹਾ ਹੈ। ਆਪਣੇ ਸਾਰੇ ਅਦਾਰੇ ਕਾਇਮ ਕੀਤੇ ਜਾ ਰਹੇ ਨੇ। ਔਰ ਇੱਕ ਮਹੱਤਵਪੂਰਨ ਅਦਾਰਾ ਜਿਹਨੂੰ ਅੰਗਰੇਜ਼ ਸਰਕਾਰ ਕੂਕਾ ਪੋਸਟਲ ਸਰਵਿਸ ਲਿਖਦੀ ਹੈ, ਕੂਕਾ ਡਾਕ ਪ੍ਰਬੰਧ, ਉਹਦੇ ਮੁਖੀ ਸੂਬਾ ਸਾਹਿਬ ਸਿੰਘ ਜੀ ਨੇ। ਚੱਕਰਵਰਤੀ ਜੀ ਮਾਲਵੇਂਦਰ 'ਚ ਲਿਖਦੇ ਨੇ, ਮੰਨਦੇ ਸਾਹਿਬ ਸਿੰਘ ਦਾ ਲੋਹਾ ਸੀ ਅੰਗਰੇਜ਼, ਪਹਿਲੋਂ ਦਿਨ ਦਾ ਡਾਕ ਉਹਨਾਂ ਤੋਂ ਸੀ ਭੇਜ। ਜਿਹੜੀ ਕੂਕਾ ਡਾਕ ਸਿਸਟਮ ਸੀ ਇਹ ਪੰਜਾਬ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ 8 ਪਹਿਰਾਂ 'ਚ ਸੂਚਨਾ ਪਹੁੰਚਾ ਦਿੰਦੀ ਸੀ, ਇੰਨੀ ਤੇਜ਼ ਸੀ। ਔਰ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਉਪਦੇਸ਼ ਵਿੱਚ ਵੀ ਆਉਂਦਾ ਹੈ ਕਿ ਅੰਗਰੇਜ਼ ਨੇ ਲਿਖਿਆ ਹੈ ਕਿ ਸਾਨੂੰ ਸਾਹਿਬ ਸਿੰਘ ਦੀ ਡਾਕ ਦਾ ਕੋਈ ਪਤਾ ਨਹੀਂ ਲੱਗਾ ਕਿ ਇਹ ਕਿਸ ਤਰ੍ਹਾਂ ਖਬਰਾਂ ਭੇਜ ਦਿੰਦਾ ਸੀ, ਕਿਸ ਤਰ੍ਹਾਂ ਰਾਤੋਂ ਰਾਤ ਹੀ। ਅਤੇ ਸਮੁੱਚੇ ਪੰਜਾਬ ਦੇ ਵਿੱਚ ਸਵੇਰੇ ਉੱਠ ਕੇ ਉਹ ਸਾਰੇ ਸਤਿਗੁਰੂ ਦੇ ਪਿਆਰੇ ਸਿੰਘ ਇੱਕ ਪ੍ਰਕਾਰ ਦੀ ਕਾਰਵਾਈ ਕਰਨ ਵਾਸਤੇ ਹੀ ਮੈਦਾਨ ਵਿੱਚ ਨਿੱਤਰ ਆਉਂਦੇ ਸੀ। ਇਹ ਉਹਨਾਂ ਦਾ ਵੱਡਾ ਕਾਰਾ ਸੀ ਸੂਬਾ ਸਾਹਿਬ ਸਿੰਘ ਜੀ ਦਾ। ਉਹਦੇ ਬਾਰੇ ਸਾਡੇ ਇਤਿਹਾਸ 'ਚ ਜ਼ਿਕਰ ਆਉਂਦਾ ਹੈ ਕਿ ਜੇ ਕੋਈ ਸਿੰਘ, ਉਹ ਜਰਨੈਲੀ ਰਸਤੇ ਨਹੀਂ ਸੀ ਵਰਤਦੇ, ਆਮ ਸੜਕਾਂ ਨਹੀਂ ਸੀ ਵਰਤਦੇ, ਉਹਨਾਂ ਦੇ ਆਪਣੇ ਗੁਪਤ ਰਸਤੇ ਸਨ। ਔਰ ਇੱਕ ਪਿੰਡ ਦਾ ਸਿੰਘ ਦੂਜੇ ਪਿੰਡ ਜਾਂਦਾ ਸੀ, ਅਗਲਾ ਸਿੰਘ ਹਲ ਵਾਹ ਰਿਹਾ ਹੁੰਦਾ ਸੀ ਜਾਂ ਕੋਈ ਵੀ ਜ਼ਰੂਰੀ ਕੰਮ ਕਰ ਰਿਹਾ ਹੁੰਦਾ ਸੀ, ਉਹ ਜੇ ਕਿਸਾਨ ਸੀ ਤਾਂ ਹਲ ਦੀ ਜੰਗੀ ਉੱਥੇ ਛੱਡ ਦਿੰਦਾ ਸੀ, ਜੇ ਕਾਰੀਗਰ ਸੀ ਤਾਂ ਤੇਸਾ ਆਰੀ ਹਥੌੜਾ ਉੱਥੇ ਹੀ ਸੁੱਟ ਦਿੰਦਾ ਸੀ। ਜੇ ਉਹਨੇ ਪ੍ਰਸ਼ਾਦਾ ਛਕ ਰਿਹਾ ਹੁੰਦਾ ਸੀ ਤੇ ਜਿਹੜਾ ਛਕ ਲਿਆ ਉਹ ਛਕ ਲਿਆ, ਦੂਜੀ ਬੁਰਕੀ ਮੂੰਹ 'ਚ ਨਹੀਂ ਪਾਉਣੀ, ਔਰ ਉਹ ਉੱਥੋਂ ਹੀ ਚੱਲ ਪੈਂਦਾ ਸੀ। ਘੋੜਾ ਸੀ, ਪੈਦਲ ਸੀ, ਕਿਸ ਤਰ੍ਹਾਂ ਸੀ, ਉਹ ਸੂਚਨਾ ਦਿਨ ਚੜ੍ਹਦੇ ਨੂੰ ਥਾਂ ਥਾਈਂ ਅੱਪੜ ਜਾਂਦੀ ਸੀ। ਸਾਹਿਬ ਸਿੰਘ ਹੋਰਾਂ ਨੂੰ ਇਹਦੇ 'ਚ ਵੱਡੀ ਮੁਹਾਰਤ ਹਾਸਲ ਸੀ।
ਔਰ ਉਹ ਕੂਕਿਆਂ ਦੇ ਡਰਿਲ ਇੰਸਟਰਕਟਰ ਵੀ ਸਨ। ਸ਼ਾਮ ਦੇ ਸਮੇਂ ਲਾਠੀਆਂ ਨਾਲ ਕੁਝ ਸਿੰਘ ਕਵਾਇਦ ਕਰਿਆ ਕਰਦੇ ਸਨ ਸ੍ਰੀ ਭੈਣੀ ਸਾਹਿਬ ਵਿੱਚ। ਉਸ ਸਮੇਂ ਸਰਕਾਰ ਦੇ ਕੁਝ ਮੁਖਬਰ ਜਿਨ੍ਹਾਂ ਦੀਆਂ ਰਿਪੋਰਟਾਂ ਉਦੋਂ ਸਰਕਾਰੀ ਦਸਤਾਵੇਜ਼ਾਂ 'ਚ ਉਪਲਬਧ ਨੇ, ਉਹ ਲਿਖਦੇ ਨੇ ਕਿ ਸ਼ਾਮ ਨੂੰ ਸੀਟੀ ਵੱਜਦੀ ਏ, ਸਾਹਿਬ ਸਿੰਘ ਆਉਂਦੇ ਨੇ ਔਰ ਹੋਰ ਵੀ 60-70 ਕੂਕੇ ਨੌਜਵਾਨ ਨਿਕਲ ਆਉਂਦੇ ਨੇ ਔਰ ਉਹ ਡਾਂਗਾਂ ਦੇ ਨਾਲ ਆਪਣੀ ਉਹ ਕਵਾਇਦ ਦੁਹਰਾਉਂਦੇ ਨੇ। ਔਰ ਇਸ ਤਰੀਕੇ ਦੇ ਨਾਲ ਸਾਹਿਬ ਸਿੰਘ ਰਾਜਨੀਤਿਕ ਤੌਰ 'ਤੇ ਉਹ ਵੱਡੇ ਕਾਰਜ ਕਰ ਰਹੇ ਨੇ। ਨੇਪਾਲ ਮਿਸ਼ਨ, ਸਤਿਗੁਰੂ ਜੀ ਨੇ ਕਸ਼ਮੀਰ ਮਿਸ਼ਨ ਸ਼ੁਰੂ ਕੀਤਾ। ਆਪਣੇ ਜਿਹੜੇ ਇੱਧਰ ਸਡੌਰੇ ਵਾਲੇ ਨੇ ਹੀਰਾ ਸਿੰਘ ਹੋਰੀ, ਉਹ ਉਹਦੇ ਮੁਖੀ ਨੇ। ਔਰ ਜਿਹੜਾ ਨੇਪਾਲ ਮਿਸ਼ਨ ਹੈ, ਨੇਪਾਲ ਇੱਕ ਸੁਤੰਤਰ ਦੇਸ਼ ਹੈ, ਹਿੰਦੂਆਂ ਦਾ ਮੁਲਕ ਸੀ, ਆਬਾਦੀ ਹਿੰਦੂ ਸੀ। ਔਰ ਨੇਪਾਲ ਦਾ ਰਾਣਾ ਜੰਗ ਬਹਾਦਰ ਕਿਸੇ ਸਮੇਂ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ 'ਚ ਲਾਹੌਰ ਰਿਹਾ ਸੀ। ਬਹੁਤ ਸਾਰੇ ਸਿੱਖ ਸੈਨਿਕਾਂ ਨਾਲ ਉਹਦੇ ਚੰਗੇ ਸੰਬੰਧ ਸਨ। ਜਦੋਂ ਸਿੱਖਾਂ ਦਾ ਰਾਜ ਖਤਮ ਹੋਇਆ ਤਾਂ ਬਹੁਤ ਸਾਰੇ ਵੱਡੇ ਸਿੱਖ ਫੌਜੀ ਦਰਬਾਰੀ ਉਹਦੇ ਰਾਜ ਵਿੱਚ ਆ ਗਏ। ਉਹਨਾਂ ਸਾਰਿਆਂ ਨੂੰ ਸ਼ਰਨ ਦਿੱਤੀ। ਮਹਾਰਾਣੀ ਜਿੰਦ ਕੌਰ ਨੂੰ ਵੀ ਉੱਥੇ ਇੱਕ ਨਦੀ ਦੇ ਕੰਢੇ 'ਤੇ ਮਹਿਲ ਦੇ ਵਿੱਚ ਰੱਖਣ ਦਾ ਜ਼ਿਕਰ ਸਾਡੇ ਇਤਿਹਾਸ ਵਿੱਚ ਆਉਂਦਾ ਹੈ, ਉਹਨਾਂ ਵੱਲੋਂ ਮਾਣ ਤਾਣ ਦੇ ਨਾਲ। ਔਰ ਜਦੋਂ ਉਹ ਕਿਸ਼ਨ ਸਿੰਘ ਗ੍ਰੰਥਗੜ੍ਹ ਤੋਂ ਸੁਣਦਾ ਹੈ ਕਿ ਪੰਜਾਬ ਦੇ ਵਿੱਚ ਇਸ ਸਮੇਂ ਸਤਿਗੁਰੂ ਰਾਮ ਸਿੰਘ ਜੀ ਦੀ ਅਗਵਾਈ ਹੇਠ ਲੱਖਾਂ ਨਾਮਧਾਰੀ ਸੰਤ ਖਾਲਸਾ ਕਮਰ ਕੱਸਾ ਕਰੀ ਬੈਠਾ ਹੈ ਕਿ ਦੇਸ਼ ਵਿੱਚ ਫਰੰਗੀਆਂ ਦੀ ਸਰਕਾਰ ਨਹੀਂ ਰਹਿਣ ਦੇਣੀ, ਤਾਂ ਜੰਗ ਬਹਾਦਰ ਇਸ ਗੱਲ ਤੋਂ ਬੜਾ ਖੁਸ਼ ਹੁੰਦਾ ਹੈ ਕਿ ਜੇ ਇਹ ਕੁਝ ਹੋ ਜਾਵੇ ਤਾਂ ਆਪਾਂ ਸਾਰੇ ਸਤਿਗੁਰੂ ਜੀ ਦੇ ਨਾਲ ਸਹਿਯੋਗ ਕਰੀਏ ਔਰ ਹਿੰਦੁਸਤਾਨ 'ਚੋਂ ਕੰਪਨੀ ਸਰਕਾਰ ਦਾ ਬਿਸਤਰਾ ਗੋਲ ਕੀਤਾ ਜਾਵੇ। ਇਸ ਤੋਂ ਪਹਿਲਾਂ ਜਦੋਂ 1857 ਦਾ, ਜਿਹਨੂੰ ਪਹਿਲਾ ਗਦਰ ਅੰਗਰੇਜ਼ ਕਹਿ ਦਿੰਦੇ ਨੇ, ਸਾਡੇ ਲੋਕ ਉਹਨੂੰ ਪਹਿਲਾ ਸੁਤੰਤਰਤਾ ਸੰਗਰਾਮ ਕਹਿ ਦਿੰਦੇ ਨੇ, ਸਿਪਾਹੀ ਵਿਦਰੋਹ ਕਹਿ ਦਿੰਦੇ ਨੇ, ਉਸ ਵੇਲੇ ਵੀ ਉਹਨੇ ਆਪਣੀਆਂ ਫੌਜਾਂ ਇੱਧਰ ਨੂੰ ਤੋਰ ਦਿੱਤੀਆਂ ਸੀ। ਪਰ ਜਦੋਂ ਉਹਦੀਆਂ ਫੌਜਾਂ ਲਖਨਊ ਆਇਆ ਤਾਂ ਪਤਾ ਲੱਗਾ ਕਿ ਜਿਹੜੇ ਗਦਰੀ ਸਨ ਉਹਨਾਂ ਨੂੰ ਹਾਰ 'ਤੇ ਹਾਰ ਹੋਣੀ ਸ਼ੁਰੂ ਹੋ ਰਹੀ ਹੈ, ਸੰਗਠਿਤ ਅਗਵਾਈ ਨਹੀਂ ਸੀ। ਇਸ ਲਈ ਅੰਗਰੇਜ਼ਾਂ ਦਾ ਪਲੜਾ ਭਾਰੀ ਹੋ ਗਿਆ ਅਤੇ ਲਖਨਊ ਤੋਂ ਉਹਨਾਂ ਦੀ ਫੌਜ ਫਿਰ ਵਾਪਸ ਨੇਪਾਲ ਪਰਤ ਗਈ ਸੀ। ਇਸ ਲਈ ਹੁਣ ਜਦੋਂ ਕਿਸ਼ਨ ਸਿੰਘ ਦੇ ਹੱਥ ਸਤਿਗੁਰੂ ਜੀ ਨੂੰ ਉਹਦਾ ਸੰਦੇਸ਼ ਪੜਿਆ ਕਿ ਆਪਣੇ ਕੁਝ ਸਿੰਘ ਭੇਜੋ, ਤਾਂ ਸੂਬਾ ਕਾਹਨ ਸਿੰਘ ਜੀ ਚੱਕ ਵਾਲੇ ਅਤੇ ਸੂਬਾ ਸਾਹਿਬ ਸਿੰਘ ਜੀ, ਇਹਨਾਂ ਦੀ ਅਗਵਾਈ ਹੇਠ 25 ਨਾਮਧਾਰੀ ਸਿੰਘਾਂ ਦਾ ਇੱਕ ਵੱਡਾ ਦਲ, ਹੋਰ ਕੀਮਤੀ ਤੋਹਫੇ ਸੁਗਾਤਾਂ ਇੱਧਰੋਂ ਮੱਝਾਂ ਅਤੇ ਉਹ ਲੈ ਕੇ ਉੱਥੇ ਰਾਣੇ ਦੇ ਦਰਬਾਰ 'ਚ ਪਹੁੰਚੇ। ਨਾਹਰ ਸਿੰਘ ਜੀ MA ਲਿਖਦੇ ਨੇ ਕਿ ਇਹ ਕੂਕਿਆਂ ਦਾ ਜਿਹੜਾ ਸ਼ਿਸ਼ਟ ਮੰਡਲ ਸੀ, ਉਹਦੀ ਨੇਪਾਲ ਦੇ ਰਾਣੇ ਦੇ ਦਰਬਾਰ ਵਿੱਚ ਹਾਜ਼ਰੀ ਬਰਾਬਰੀ ਦੇ ਆਧਾਰ 'ਤੇ ਸੀ। ਉਹਨਾਂ ਦਾ ਮਾਣ ਤਾਣ ਕੀਤਾ ਗਿਆ ਔਰ ਉਹਨਾਂ ਨੂੰ ਮਾਨਤਾ ਦਿੱਤੀ ਗਈ ਕਿ ਇਹ ਪੰਜਾਬ ਦੀ ਆਜ਼ਾਦ ਹਸਤੀ ਦੀ ਨੁਮਾਇੰਦਗੀ ਕਰ ਰਹੇ ਨੇ। ਰਾਣੇ ਨੇ ਉਹਨਾਂ ਦੀਆਂ ਗੱਲਾਂ ਬਾਤਾਂ ਸੁਣੀਆਂ, ਪਰ ਉਸ ਤੋਂ ਛੇਤੀ ਬਾਅਦ ਅੰਮ੍ਰਿਤਸਰ ਦਾ ਸਾਕਾ ਵਰਤਿਆ। ਸਰਕਾਰ ਨੇ ਸਖਤੀ ਕੀਤੀ ਔਰ ਬਨਾਰਸ ਦੇ ਕਾਸ਼ੀ ਦੇ ਰਾਜੇ ਸ਼ਿਵਰਾਜ ਸਿੰਘ ਨੂੰ ਅੰਗਰੇਜ਼ਾਂ ਨੇ ਉਹਦੇ ਕੋਲ ਭੇਜਿਆ ਇਹ ਪਤਾ ਕਰਕੇ ਕੂਕੇ ਜੰਗ ਬਹਾਦਰ ਕੋਲ ਕੀ ਕਰਨ ਆਏ ਨੇ। ਤਾਂ ਉਹਨੇ ਜਵਾਬ ਦਿੱਤਾ ਕਿ ਕੂਕੇ ਇਹ ਕਹਿੰਦੇ ਸੀ ਕਿ ਅਸੀਂ ਨੇਪਾਲ ਦੀ ਫੌਜ ਵਿੱਚ ਭਰਤੀ ਹੋਣਾ ਹੈ, ਉਹ ਰੁਜ਼ਗਾਰ ਵਾਸਤੇ ਆਏ ਸਨ। ਮੈਂ ਉਹਨਾਂ ਨੂੰ ਕਹਿ ਦਿੱਤਾ ਹੈ ਕਿ ਅਸੀਂ ਗੋਰਖਿਆਂ ਤੋਂ ਬਿਨਾਂ ਕਿਸੇ ਨੂੰ ਆਪਣਾ ਰੁਜ਼ਗਾਰ ਨਹੀਂ ਦਿੰਦੇ। ਹਾਲਾਂਕਿ ਪਹਿਲਾਂ ਬਹੁਤ ਸਾਰੇ ਪੰਜਾਬੀ ਸੈਨਿਕ ਉਹਦੀ ਫੌਜ ਦੇ ਵਿੱਚ, ਉਹਦੇ ਦਰਬਾਰ ਦੇ ਵਿੱਚ ਉੱਥੇ ਭਰਤੀ ਸਨ। ਕਿਸੇ ਤਰ੍ਹਾਂ ਉਹਨੇ ਆਪਣੀ ਇਹ ਗੱਲ ਟਾਲੀ। ਤਾਂ ਇੱਥੋਂ ਸੂਬਾ ਸਾਹਿਬ ਸਿੰਘ ਜੀ ਸਤਿਗੁਰੂ ਜੀ ਦੇ ਸਫੀਰ ਦੇ ਤੌਰ 'ਤੇ, ਉਹਨਾਂ ਦੇ ਵਿਦੇਸ਼ ਪ੍ਰਭਾਰੀ ਦੇ ਤੌਰ 'ਤੇ ਵੀ ਉਹ ਪ੍ਰਸਿੱਧ ਹੁੰਦੇ ਨੇ। ਬਹੁਤ ਕੁਛ ਘਟਨਾਵਾਂ ਸਾਡੇ ਇਤਿਹਾਸ ਵਿੱਚ ਹੋਰ ਵੀ ਨੇ, ਪਰ ਮਲੇਰਕੋਟਲੇ ਦਾ ਸਾਕਾ ਜਿਸ ਵੇਲੇ ਵਰਤਣ ਲੱਗਦਾ ਤਾਂ ਸਤਿਗੁਰੂ ਜੀ ਪਹਿਲਾਂ ਸੂਬਾ ਲੱਖਾ ਸਿੰਘ ਜੀ ਨੂੰ ਭੇਜਦੇ ਨੇ, ਜਵਾਹਰ ਸਿੰਘ ਹੋਰਾਂ ਨੂੰ, ਫਿਰ ਸਾਹਿਬ ਸਿੰਘ ਹੋਰਾਂ ਨੂੰ ਵੀ ਭੇਜਿਆ ਕਿ ਜਾਓ। ਲੱਖਾ ਸਿੰਘ ਨੂੰ ਤਾਂ ਭਾਈ ਹੀਰਾ ਸਿੰਘ ਹੋਰਾਂ ਨੇ ਜਵਾਬ ਦਿੱਤਾ ਕਿ ਤੁਹਾਨੂੰ ਹੋਏਗੀ ਜਗੀਰਾਂ ਦੀ ਲੋੜ। ਉਹਨਾਂ ਦਾ ਮਤਲਬ ਸੀ ਵੀ ਤੁਸੀਂ ਅਜੇ ਇਹ ਚਾਹੁੰਦੇ ਹੋ ਵੀ ਕੁਝ ਚਿਰ ਰੁਕ ਜਾਈਏ, ਪੱਕਾ ਕੰਮ ਹੋ ਜਾਏ, ਫਿਰ ਆਪਣਾ ਰਾਜ ਆ ਜਾਏਗਾ, ਉਦੋਂ ਕਰਾਂਗੇ, ਪਰ ਅਸੀਂ ਕਾਲੇ ਹਾਂ। ਅਤੇ ਜਦੋਂ ਸੂਬਾ ਸਾਹਿਬ ਸਿੰਘ ਜੀ ਨੇ ਉਹਨਾਂ ਨੂੰ ਕਿਹਾ ਭਾਈ ਹੀਰਾ ਸਿੰਘ, ਲਹਿਣਾ ਸਿੰਘ, ਕੁਝ ਸਮਾਂ ਰੁਕ ਜਾਵੋ, ਸਤਿਗੁਰੂ ਜੀ ਦਾ ਹੁਕਮ ਨਹੀਂ। ਅਤੇ ਉਹ ਮਸਤਾਨੇ ਉਸ ਵੇਲੇ ਵੀ ਆਪਣੀ ਰੰਗਣਾ ਦੇ ਵਿੱਚ ਸਨ। ਉਹਨਾਂ ਨੇ ਸਾਹਿਬ ਸਿੰਘ ਹੋਰਾਂ ਦੀ ਉਸ ਗੱਲ ਦਾ ਵੀ ਹੁੰਗਾਰਾ ਨਾ ਭਰਿਆ ਔਰ ਉਹਨਾਂ ਨੂੰ ਥੋੜ੍ਹੇ ਕਰੜੇ ਬਚਨ ਵੀ ਬੋਲੇ, ਪਰ ਉਹ ਸਤਿਗੁਰੂ ਜੀ ਦੇ ਪਿਆਰੇ ਸਿੱਖ
ਠੰਡਾ ਤੱਤਾ ਸਮਾਉਣਾ ਜਾਣਦੇ ਸਨ ਔਰ ਹਰ ਤਰ੍ਹਾਂ ਦੇ ਮਾਹੌਲ ਦੇ ਵਿੱਚ ਵੀ ਸੂਬਾ ਸਾਹਿਬ ਸਿੰਘ ਜੀ ਸ਼ਾਂਤ ਹੋ ਸਕਦੇ ਸਨ। ਸਰਕਾਰੀ ਰਿਕਾਰਡ ਵਿੱਚ ਇਹ ਵੀ ਦਰਜ ਹੈ ਕਿ ਜਿਸ ਵੇਲੇ ਇੱਥੋਂ ਸਤਿਗੁਰੂ ਜੀ ਪਹਿਲਾਂ ਮਲੌਦ ਦਾ ਹੋ ਗਿਆ 14 ਨੂੰ, ਇਹ ਸਾਡੇ ਬਾਹੋਵਾਲ ਜੀ ਲਿਖਦੇ ਨੇ, ਔਰ ਮਲੌਦ ਦੀ 14 ਜਨਵਰੀ ਦੀ ਘਟਨਾ ਤੋਂ ਬਾਅਦ ਡਿਪਟੀ ਕਮਿਸ਼ਨਰ ਕਾਵਣ ਸਤਿਗੁਰੂ ਜੀ ਨੂੰ ਬੁਲਾ ਰਿਹਾ ਹੈ ਕਿ ਮੇਰੇ ਇੱਕ ਵਾਰ ਤੁਸੀਂ ਇੱਥੇ ਆਓ, ਦਰਸ਼ਨ ਦਿਓ, ਗੱਲਬਾਤ ਕਰਾਂਗੇ। ਸਤਿਗੁਰੂ ਜੀ ਦੇ ਨਾਲ ਸੂਬਾ ਜਵਾਹਰ ਸਿੰਘ, ਸੂਬਾ ਸਾਹਿਬ ਸਿੰਘ, ਨਾਇਬ ਸੂਬਾ ਜੋਗਾ ਸਿੰਘ ਧੂੜਕੋਟ ਅਤੇ ਇੱਕ ਸੂਬਾ ਖਜਾਨ ਸਿੰਘ ਜਿਹੜੇ ਲੁਧਿਆਣੇ ਦੇ ਸਨ, ਲੰਗਰ ਦੇ ਇੰਚਾਰਜ ਸਨ, ਕਾਰੀਗਰ ਸਿੰਘ ਸਨ। ਇਹ ਸਰੀਰ ਨਾਲ ਜਾਂਦੇ ਨੇ ਘੋੜੀਆਂ 'ਤੇ ਉੱਥੇ ਰਹਿ ਕੇ ਉਹ ਸਾਰਾ ਸਾਕਾ ਆਪਾਂ ਵਾਰ-ਵਾਰ ਸੁਣਿਆ। ਮਲੇਰਕੋਟਲਾ ਵਾਪਰ ਗਿਆ, ਸਤਿਗੁਰੂ ਜੀ ਰਾਤ ਸਿਆੜ ਰਹੇ। ਕਾਵਨ ਨੇ ਕਿਹਾ ਤੁਹਾਨੂੰ ਕੱਲ੍ਹ ਜਦੋਂ ਵੀ ਸੱਦਾਂਗੇ ਹੁਣ ਲੁਧਿਆਣੇ ਆਉਣਾ ਹੋਵੇਗਾ। ਰਾਤ ਸਤਿਗੁਰੂ ਜੀ 15 ਦੀ ਸਿਆੜ ਕੱਟਦੇ ਨੇ, 16 ਦੀ ਰਾਤ, 16 ਨੂੰ ਆਉਂਦੇ ਨੇ ਸਤਿਗੁਰੂ ਜੀ ਦਿਨੇ ਮਲੌਦ, ਰਾਤ ਉੱਥੇ ਕੱਟਦੇ ਨੇ। 17 ਨੂੰ ਮਲੇਰਕੋਟਲੇ ਦਾ ਸਾਕਾ ਹੁੰਦਾ ਹੈ, ਵਾਪਸ ਜਾ ਰਹੇ ਨੇ। ਔਰ ਫਿਰ ਸੂਬਿਆਂ ਨੂੰ ਇਸ ਕਿਸਮ ਦਾ ਅੰਦਾਜ਼ਾ ਸੀ, ਸਤਿਗੁਰੂ ਜੀ ਬਹੁਤ ਪਹਿਲਾਂ ਕਹਿ ਰਹੇ ਸੀ ਕਿ ਸਾਨੂੰ ਬਿੱਲੇ ਹੱਥ ਜ਼ਰੂਰ ਪਾਉਣਗੇ, ਜਾਣਾ ਪਵੇਗਾ, ਜਾਏ ਬਿਨਾਂ ਧਰਮ ਨਹੀਂ ਤੁਰੇਗਾ। ਇਹ ਠੀਕਰਾ ਇਹਨਾਂ ਦੇ ਸਿਰ। ਇਸ ਤਰ੍ਹਾਂ ਦੇ ਤਾਂ ਜਵਾਹਰ ਸਿੰਘ ਸਾਹਿਬ ਸਿੰਘ ਨੂੰ ਕਹਿ ਰਹੇ ਨੇ ਕਿ ਹੁਣ ਭਾਈ ਸਾਹਿਬ ਸਿੰਘ ਕੋਠੜੀ ਵਿੱਚ ਬੈਠ ਕੇ ਸ਼ਰਦਾਈ ਪੀਣੀ ਨਹੀਂ ਮਿਲੇਗੀ। ਤਾਂ ਸਤਿਗੁਰੂ ਜੀ ਕਹਿੰਦੇ ਨੇ ਕਿ ਸਾਰਿਆਂ ਦਾ ਅਫਸਰ ਸਾਹਿਬ ਸਿੰਘ ਨੂੰ ਨਿਯੁਕਤ ਕੀਤਾ, ਸਾਹਿਬ ਸਿੰਘ ਅਤੇ ਅਫਸਰ ਕਾਹਨ ਸਿੰਘ ਨੂੰ ਨਿਯੁਕਤ ਕੀਤਾ। ਮਨ ਪਰਚਾਵਾ ਕਰਦੇ ਜਾਂਦੇ ਨੇ, ਵਾਪਸੀ ਤੇ ਭੈਣੀ ਸਾਹਿਬ ਨੂੰ ਆ ਰਹੇ ਨੇ। ਫਿਰ ਕਹਿੰਦੇ ਨੇ ਗ੍ਰੰਥੀਆਂ ਦਾ ਅਤੇ ਭਜਨ ਬੰਦਗੀ ਵਾਲਿਆਂ ਦਾ ਵੱਡਾ ਅਫਸਰ ਜਵਾਹਰ ਸਿੰਘ ਨੂੰ ਨਿਯੁਕਤ ਕੀਤਾ। ਸ੍ਰੀ ਭੈਣੀ ਸਾਹਿਬ ਆ ਗਏ, ਸ਼ਾਮ ਨੂੰ ਸੰਦੇਸ਼ਾ ਆ ਗਿਆ ਕਿ ਯਾਦ ਕਰਦਾ ਵੱਡਾ ਗੋਰਾ 18 ਜਨਵਰੀ 1872 ਦੀ ਸ਼ਾਮ ਨੂੰ। ਸਾਹਿਬ ਸਿੰਘ ਅਰਜ਼ ਕਰਦਾ ਪਾਤਸ਼ਾਹ ਜੀ ਕੋਈ ਮਾਇਆ ਲੈ ਲਈਏ ਨਾਲ। ਹੁਕਮ ਕੀਤਾ ਠੀਕ ਹੈ, ਥੋੜ੍ਹੀ ਬਹੁਤ ਲੈ ਲਓ। 25 ਕੁ ਰੁਪਏ ਦਾ ਜ਼ਿਕਰ ਆਉਂਦਾ, ਉਹ ਸਾਡੇ ਇੱਥੋਂ ਖਜ਼ਾਨੇ 'ਚੋਂ ਸਾਹਿਬ ਸਿੰਘ ਜੀ ਲੈਂਦੇ ਨੇ। ਸੂਬਾ ਜਵਾਹਰ ਸਿੰਘ ਜੀ, ਸੂਬਾ ਸਾਹਿਬ ਸਿੰਘ ਜੀ ਅਤੇ ਸੇਵਕ ਨਾਨੂ ਸਿੰਘ ਅਤੇ ਗਾਡੀ ਗੁਰਦਿੱਤ ਸਿੰਘ ਮੋਰੋਂ, ਸਤਿਗੁਰੂ ਜੀ ਸਮੇਤ ਇਹ 5 ਸਿੰਘ। ਸਤਿਗੁਰੂ ਜੀ ਨਾਲ ਅਲੱਗਾ ਬਚਨ ਕਮਿਸ਼ਨਰ ਕਰਦਾ ਫੋਰਸਿਥ। ਸਾਹਿਬ ਸਿੰਘ ਨੂੰ ਕਹਿੰਦਾ ਵੈਲ ਸਾਹਿਬ ਸਿੰਘ ਤੁਮਨੇ ਦੰਗਾ ਕੀਆ। ਉਹ ਕਹਿੰਦਾ ਵੇਲੇ ਸਿਰ ਤੁਹਾਨੂੰ ਇਤਲਾਹ ਦਿੱਤੀ, ਪ੍ਰਬੰਧ ਤੁਸਾਂ ਨਹੀਂ ਕੀਤਾ, ਉਲਟਾ ਦੰਗੇ ਦਾ ਦੋਸ਼ ਸਾਡੇ 'ਤੇ ਲਾਉਂਦੇ ਹੋ। ਇਲਾਹਾਬਾਦ ਅੱਪੜ ਗਏ ਸਤਿਗੁਰੂ ਜੀ, ਪਿੱਛੋਂ ਦੂਸਰੇ ਸੂਬੇ ਵੀ ਆ ਗਏ। ਇਹ 19 ਜਨਵਰੀ ਸ਼ਾਮ ਨੂੰ ਇਲਾਹਾਬਾਦ ਅੱਪੜ ਜਾਂਦੇ ਨੇ। ਸਤਿਗੁਰੂ ਜੀ ਤਾਂ 51 ਕੁ ਦਿਨ ਉੱਥੇ ਦਰਸ਼ਨ ਦਿੰਦੇ ਨੇ ਔਰ ਫਿਰ ਉਹਨਾਂ ਨੂੰ ਰੰਗੂਨ ਸੇਵਕ ਨਾਨੂ ਸਿੰਘ ਸਮੇਤ ਪਹੁੰਚਾ ਦਿੱਤਾ ਜਾਂਦਾ। ਸੂਬਾ ਸਾਹਿਬ ਸਿੰਘ ਅਤੇ ਸੂਬਾ ਕਾਹਨ ਸਿੰਘ ਸਭ ਤੋਂ ਵੱਧ ਇਹ ਦੋਵੇਂ ਸੂਬੇ ਇਲਾਹਾਬਾਦ ਕਿਲ੍ਹੇ 'ਚ 14 ਮਹੀਨੇ ਕੱਟਦੇ ਨੇ। ਬਾਕੀ ਸਾਰਿਆਂ ਨੂੰ ਪਹਿਲਾਂ ਇੱਥੋਂ ਜੋੜ ਤੋੜ ਦੇਣ ਸਭ ਪੰਥ ਕੇ ਵਧੇਰ ਕੋ। ਗਿਆਨੀ ਗਿਆਨ ਸਿੰਘ ਜੀ ਦੀ ਪੰਥ ਪ੍ਰਕਾਸ਼ 'ਚ ਇੱਕ ਤੋਕ ਆਉਂਦੀ ਹੈ ਕਿ ਕੂਕਿਆਂ ਦੀ ਸ਼ਕਤੀ ਨੂੰ ਖੰਡਾਉਣ ਵਾਸਤੇ ਅੰਗਰੇਜ਼ ਸਰਕਾਰ ਨੇ ਜੋੜ ਤੋੜ ਦੀਨ ਸਭ ਪੰਥ ਕੇ ਬੰਧੇਰ ਕੋ। ਵੀ ਇਹ ਪੰਥ ਦਾ ਜਿਸ ਤਰ੍ਹਾਂ ਤੇਜ਼ੀ ਨਾਲ ਵਾਧਾ ਹੋ ਰਿਹਾ, ਉਹਨਾਂ ਨੂੰ ਦੂਰ ਦੂਰ ਵੱਖ-ਵੱਖ ਦਿਸ਼ਾਵਾਂ ਵਿੱਚ ਘੱਲ ਦਿੱਤਾ ਗਿਆ ਨਾਮਧਾਰੀ ਸੂਬਿਆਂ ਨੂੰ। ਔਰ ਸੂਬਾ ਸਾਹਿਬ ਸਿੰਘ ਜੀ ਨੂੰ ਇੱਥੇ 14 ਮਹੀਨੇ ਰੱਖਣ ਤੋਂ ਬਾਅਦ ਅਦਨ ਭੇਜ ਦਿੱਤਾ ਗਿਆ ਮੱਕੇ ਵਾਲੇ ਪਾਸੇ ਸੂਬਾ ਕਾਹਨ ਸਿੰਘ ਜੀ ਦੇ ਨਾਲ। ਅੰਗਰੇਜ਼ ਬੜਾ ਚਤਰ ਸੀ ਕਿ ਕਾਹਨ ਸਿੰਘ ਥੋੜ੍ਹਾ ਬਿਰਧ, ਸਾਹਿਬ ਸਿੰਘ ਜੋਸ਼ੀਲੇ ਨੇ ਔਰ ਉਹ ਇੱਕ ਬਜ਼ੁਰਗ ਇੱਕ ਯੁਵਾ ਦੇ ਨਾਲ, ਨੌਜਵਾਨ ਦੇ ਨਾਲ ਹੋਵੇਗਾ, ਸ਼ਾਇਦ ਉਹਨੂੰ ਥੋੜ੍ਹਾ ਧੀਰਜ ਵਿੱਚ ਰੱਖੇਗਾ। ਇਹ ਧੁਰ ਲੈਂਦੇ ਵੱਲ ਘੱਲ ਦਿੱਤੇ। ਸੂਬਾ ਜਵਾਹਰ ਸਿੰਘ ਜੀ, ਸੂਬਾ ਲੱਖਾ ਸਿੰਘ ਜੀ, ਸੂਬਾ ਬ੍ਰਹਮਾ ਸਿੰਘ ਜੀ ਇਹ ਧੁਰ ਚੜ੍ਹਦੇ ਵੱਲ ਸਤਿਗੁਰੂ ਜੀ ਤੋਂ ਵੀ ਅੱਗੇ ਮੌਲਮੀਨ ਭੇਜ ਦਿੱਤੇ। ਔਰ 3 ਸੂਬਾ ਪਹਾੜਾ ਸਿੰਘ ਜੀ, ਸੂਬਾ ਰੂੜ ਸਿੰਘ ਜੀ ਅਤੇ ਸੂਬਾ ਮਲੂਕ ਸਿੰਘ ਜੀ ਫੂਲੇਵਾਲ ਇਹ ਧੁਰ ਦੱਖਣ ਵੱਲ ਭੇਜ ਦਿੱਤੇ। ਬੁਰਹਾਨਪੁਰ ਦੇ ਕੋਲ ਕਿਲ੍ਹਾ ਅਸੀਰਗੜ੍ਹ ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਦੀ ਹੱਦ ਦੇ ਉੱਤੇ। ਔਰ 2 ਗੁਰੂ ਕੇ ਪਿਆਰੇ ਸੂਬਾ ਹੁਕਮਾ ਸਿੰਘ ਜੀ ਪਿੱਥੋਂ ਅਤੇ ਸੂਬਾ ਮਾਨ ਸਿੰਘ ਜੀ ਸੈਦੋ ਕੇ ਇਹ ਚੁਨਾਰ ਕਿਲ੍ਹੇ ਵਿੱਚ ਭੇਜ ਦਿੱਤੇ, ਜਿੱਥੇ ਕਦੇ ਮਹਾਰਾਣੀ ਜਿੰਦ ਕੌਰ ਰਹੀ ਸੀ, ਲਾਹੌਰ ਦਰਬਾਰ ਦੇ ਆਖਰੀ ਮਹਾਰਾਜਾ ਦੀ ਉਹਨਾਂ ਦੀ ਮਾਤਾ। ਸੋ ਇਸ ਤਰੀਕੇ ਦੇ ਨਾਲ ਉੱਥੋਂ ਦਾ ਹੁਣ ਇੱਕ ਘਟਨਾ ਸਾਡੇ ਰਿਕਾਰਡ ਵਿੱਚ ਹੋਰ ਆਉਂਦੀ ਹੈ
ਕਿ ਜਦੋਂ ਮਲੇਰਕੋਟਲੇ ਦਾ ਸਾਕਾ ਵਰਤ ਗਿਆ, ਸਿੰਘ ਉੱਧਰ ਚਲੇ ਗਏ, ਤਾਂ ਸਾਹਿਬ ਸਿੰਘ ਸਤਿਗੁਰੂ ਜੀ ਨੂੰ ਬੇਨਤੀ ਕਰਦਾ ਹੈ ਕਿ ਹੁਣ ਆਪਾਂ ਆਪਣਾ ਰਾਜ ਘੋਸ਼ਿਤ ਕਰ ਦਈਏ, ਇਹ ਐਲਾਨ ਕਰ ਦਈਏ ਕਿ ਹੁਣ ਅਸੀਂ ਪੰਜਾਬ ਵਿੱਚ ਆਪਣੀ ਸਰਕਾਰ ਕਾਇਮ ਕਰ ਲਈਏ ਔਰ ਜੰਗ ਦਾ ਐਲਾਨ ਕਰ ਦਈਏ। ਉਦੋਂ ਸੂਬਾ ਜਵਾਹਰ ਸਿੰਘ ਜੀ ਨੇ ਕਿਹਾ ਵੀ ਅਜੇ ਆਪਾਂ ਕੱਚੀ ਵਛੇਰੀ ਦਾ ਲੱਕ ਨਾ ਤੋੜੀਏ, ਅਤੇ ਸਤਿਗੁਰੂ ਜੀ ਨੇ ਵੀ ਜਵਾਹਰ ਸਿੰਘ ਹੋਰਾਂ ਦੀ ਰਾਏ ਨੂੰ ਪ੍ਰਵਾਨਗੀ ਦਿੱਤੀ। ਅੰਗਰੇਜ਼ ਸਾਹਿਬ ਸਿੰਘ ਤੋਂ ਇਸ ਕਦਰ ਭੈ ਭੀਤ ਸਨ, ਉਹ ਸਮਝਦੇ ਸੀ ਕਿ ਇਹਦੇ ਮਨ ਦਾ ਕੋਈ ਪਤਾ ਨਹੀਂ ਲੱਗਦਾ, ਇਹ ਬਹੁਤ ਉਤਸ਼ਾਹੀ ਹੈ, ਬਹੁਤ ਫਰਤੀਲਾ ਹੈ ਔਰ ਇਹਦੀ ਜਿਹੜੀ ਸੰਗਠਨ ਦੀ ਤਾਕਤ ਹੈ ਅਤੇ ਨਾਮਧਾਰੀ ਪੰਥ ਦੇ ਵਿੱਚ ਸਤਿਗੁਰੂ ਜੀ ਦਾ ਸੰਦੇਸ਼ ਜਿਸ ਤੇਜ਼ੀ ਨਾਲ ਇਹ ਫੈਲਾ ਸਕਦਾ ਹੈ, ਇਹ ਯੋਗਤਾ ਸਾਹਿਬ ਸਿੰਘ ਦੇ ਹਿੱਸੇ ਹੀ ਆਈ। ਔਰ ਇਸੇ ਲਈ ਉਹ ਸਾਡਾ ਇਤਿਹਾਸਕਾਰ ਲਾਡਲਾ ਸਪੂਤ ਲਿਖਦਾ, ਅੰਗਰੇਜ਼ ਸਰਕਾਰ ਸਤਿਗੁਰੂ ਜੀ ਦਾ ਸੰਭਾਵਿਤ ਉੱਤਰਾਅਧਿਕਾਰੀ, ਸਿਆਸੀ ਉੱਤਰਾਅਧਿਕਾਰੀ ਉਹ ਸੂਬਾ ਸਾਹਿਬ ਸਿੰਘ ਜੀ ਨੂੰ ਲਿਖਦੇ ਨੇ। ਔਰ ਇੱਕ ਥਾਂ 'ਤੇ ਇਹ ਵੀ ਲਿਖਿਆ ਹੈ, ਉਹ ਕਹਿੰਦੇ ਨੇ ਕਿ ਜੇ ਕਿਤੇ ਕੂਕਿਆਂ ਦੀ ਅਗਵਾਈ ਸਾਹਿਬ ਸਿੰਘ ਹੋਰਾਂ ਦੇ ਹੱਥ 'ਚ ਆ ਗਈ ਤਾਂ ਫਿਰ ਪੰਜਾਬ 'ਚ ਸਾਡੀ ਖੈਰ ਨਹੀਂ। ਇੱਕ ਥਾਂ 'ਤੇ ਸਰਕਾਰੀ ਰਿਕਾਰਡ ਹੈ, ਉਹਨਾਂ ਦਾ ਆਪਣਾ ਨਜ਼ਰੀਆ। ਇਹਦਾ ਮਤਲਬ ਇਹ ਤਾਂ ਨਹੀਂ ਕੋਈ ਸਾਹਿਬ ਸਿੰਘ ਹੋਰਾਂ ਨੂੰ ਇਹ ਆਪਣੇ ਬਾਰੇ ਭੁਲੇਖਾ ਸੀ ਜਾਂ ਸਤਿਗੁਰੂ ਜੀ ਦੀ ਸ਼ਾਨ ਬਾਰੇ ਭੁਲੇਖਾ ਸੀ, ਪਰ ਅੰਗਰੇਜ਼ ਸਰਕਾਰ ਨੇ ਇਹ ਲਿਖ ਦਿੱਤਾ ਕਿ ਉਹਨੂੰ ਬਹੁਤ ਜ਼ਿਆਦਾ ਸੁਣਿਆ ਜਾਂਦਾ ਹੈ ਨਾਮਧਾਰੀ ਪੰਥ ਦੇ ਵਿੱਚ। ਇਹ ਉਹਨਾਂ ਦੇ ਉੱਚੇ ਚਰਿੱਤਰ ਦੀ ਜਿਹੜੀ ਬੁਲੰਦੀ ਸੀ ਜਾਂ ਸਾਹਿਬ ਸਿੰਘ ਦੇ ਵਿੱਚ ਜਿਹੜੀ ਸਮਰਪਣ ਦੀ ਯੋਗਤਾ ਸੀ, ਸੇਵਾ ਦੀ ਭਾਵਨਾ ਸੀ, ਉਹਦੀ ਦ੍ਰਿੜ ਇੱਛਾ ਸ਼ਕਤੀ ਸੀ ਔਰ ਅਝੁੱਕ ਸੁਭਾਅ ਸੀ ਜਿਹੜਾ ਉਹ ਸਤਿਗੁਰੂ ਜੀ ਦੇ ਹਰ ਹੁਕਮ ਵਾਸਤੇ ਅੰਗਰੇਜ਼ ਸਰਕਾਰ ਨੇ ਆਪਣਾ ਉਹਨੂੰ ਕੱਟੜ ਦੁਸ਼ਮਣ ਸਮਝਿਆ। ਜਿਨ੍ਹਾਂ ਸੂਬਿਆਂ ਬਾਰੇ ਇਹ ਕਿਹਾ ਗਿਆ ਕਿ ਇਹ ਜਿੰਨਾ ਚਿਰ ਤੱਕ ਜਿਉਂਦੇ ਨੇ ਵਾਪਸ ਦੇਸ਼ ਵਿੱਚ ਨਾ ਆਉਣ, ਉਹਨਾਂ ਵਿੱਚੋਂ ਸੂਬਾ ਸਾਹਿਬ ਸਿੰਘ ਜੀ ਪਹਿਲੇ ਨੰਬਰ ਵਾਲਿਆਂ ਵਿੱਚੋਂ ਸਨ ਕਿ ਇਹਨਾਂ ਨੂੰ ਉਦੋਂ ਤੱਕ ਰੱਖਿਆ ਜਾਏ ਜਦੋਂ ਤੱਕ ਇਹਨਾਂ ਦਾ ਸਰੀਰ ਹੈ। ਹੁਣ ਅਦਨ 'ਚ ਬਹੁਤ ਗਰਮੀ ਹੈ, ਉਹ ਸਰੀਰ ਤੋਂ ਜੋ ਤੋਂ ਪੱਤਾ ਰੁੱਖ ਦਾ ਟੁੱਟਦਾ, ਪਿੰਡੇ ਨੰਗੇ 'ਤੇ ਪਵੇ ਤਾਂ ਪਿੰਡਾ ਸੜਦਾ। ਸੂਬਾ ਕਾਹਨ ਸਿੰਘ ਜੀ ਵੀ ਉੱਥੇ ਠੀਕ ਨਹੀਂ, ਹਰਨੀਆਂ ਦੇ ਮਰੀਜ਼ ਨੇ, ਇਹਨਾਂ ਨੂੰ ਸ਼ੱਕਰ ਰੋਗ, ਡਾਇਬਟੀਜ਼ ਸਾਹਿਬ ਸਿੰਘ ਜੀ ਨੂੰ। ਔਰ ਉਹ ਜਦੋਂ ਰਿਪੋਰਟਾਂ ਭਾਰਤ ਦੇ ਗਵਰਨਰ ਜਨਰਲ ਕੋਲ ਅੱਪੜਦੀਆਂ ਨੇ ਤਾਂ 2 ਸਾਲ ਬਾਅਦ ਇਹ ਮਾਰਚ 1873 ਵਿੱਚ ਉੱਥੇ ਜਾਂਦੇ ਨੇ, 24 ਮਾਰਚ ਨੂੰ। ਉੱਥੇ ਇਹਨਾਂ ਨੂੰ ਦੱਖਣੀ ਯਮਨ ਦੀ ਅਦਨ ਦੀ ਉਸ ਜੇਲ੍ਹ 'ਚ ਰੱਖਿਆ ਜਾਂਦਾ, ਉਸ ਕੁਆਟਰਾਂ 'ਚ, ਬੰਗਲਿਆਂ 'ਚ, ਜਿੱਥੇ ਇਹਨਾਂ ਤੋਂ ਪਹਿਲਾਂ ਅੰਗਰੇਜ਼ ਸਰਕਾਰ ਦੇ ਵਿਰੋਧੀ 2 ਬਲੋਚ ਕੈਦੀ ਰੱਖੇ ਸੀ, ਬਲੋਚਿਸਤਾਨ 'ਚੋਂ ਫੜ ਕੇ ਜਿਨ੍ਹਾਂ ਨੂੰ ਅੰਗਰੇਜ਼ ਲਗਾਏ ਸੀ। ਔਰ ਫਿਰ ਵਾਪਸ ਜਦੋਂ ਉਹ ਹਦਾਇਤ ਆਉਂਦੀ ਹੈ ਕਿ ਸਿਹਤ ਉੱਥੇ ਠੀਕ ਨਹੀਂ, ਹਿੰਦੁਸਤਾਨ 'ਚ ਲੈ ਆਓ, ਪੰਜਾਬ 'ਚ ਲਿਆਉਣ ਦਾ ਤਾਂ ਮਤਲਬ ਨਹੀਂ ਸੀ। ਫਿਰ ਇਹਨਾਂ ਨੂੰ ਹਜ਼ਾਰੀ ਬਾਗ ਜੇਲ੍ਹ ਉੱਥੇ ਭੇਜਿਆ ਗਿਆ, ਅੱਜ ਕੱਲ੍ਹ ਜਿਹਨੂੰ ਆਪਾਂ ਝਾਰਖੰਡ ਕਹਿੰਦੇ ਹਾਂ, ਪਹਿਲਾਂ ਬਿਹਾਰ ਦਾ ਹਿੱਸਾ ਸੀ। ਉਹ ਉੱਥੇ 1975 ਦੇ ਵਿੱਚ 75 ਦੀਆਂ ਗਰਮੀਆਂ ਸ਼ੁਰੂ ਹੁੰਦੀਆਂ, ਯੂਰਪੀਨ ਵਾਰਡ ਜੇਲ੍ਹ ਦਾ 16 ਕੋਠੜੀਆਂ ਨੇ ਦੋਵੇਂ ਪਾਸੇ, ਔਰ ਇਹਨਾਂ ਨੂੰ ਇੱਕ ਦੂਜੇ ਤੋਂ ਇੰਨੀ ਦੂਰੀ 'ਤੇ ਰੱਖਿਆ, ਨਾ ਦਿਸ ਸਕਦੇ ਨੇ ਨਾ ਵੇਖ ਸਕਦੇ ਨੇ। ਹੁਣ ਲਗਾਤਾਰ ਸਿਹਤ ਵਿਗੜਨੀ ਸ਼ੁਰੂ ਹੋ ਗਈ ਸਾਹਿਬ ਸਿੰਘ ਹੋਰਾਂ ਦੀ ਸ਼ੱਕਰ ਰੋਗ ਦੀ ਵਜ੍ਹਾ ਕਰਕੇ, ਔਰ ਥੱਲਿਓਂ ਰਿਪੋਰਟਾਂ ਇੰਨੇ ਗੇੜੇ ਕੱਢਦੀਆਂ ਨੇ ਅਧਿਕਾਰੀਆਂ ਕੋਲ ਕਿ ਇਹਨਾਂ ਨੂੰ ਬਾਹਰ ਸੈਰ ਕਰਨ ਦੀ ਖੁੱਲ੍ਹ ਦਿਓ, ਇਹਨਾਂ ਨੂੰ ਖੁੱਲ੍ਹੀ ਹਵਾ 'ਚ ਵਿਚਰਨ ਦੀ ਆਗਿਆ ਦਿਓ, ਸਿਹਤ ਆਗਿਆ ਨਹੀਂ ਦਿੰਦੀ। ਪਰ ਅੰਗਰੇਜ਼ ਸਰਕਾਰ ਸਾਹਿਬ ਸਿੰਘ ਨੂੰ ਜਿਉਂਦਾ ਨਹੀਂ ਵੇਖਣਾ ਚਾਹੁੰਦੀ ਸੀ, ਇਸ ਲਈ ਉਹਨਾਂ ਦੇ ਉੱਤੇ ਲਗਾਤਾਰ ਸਖਤੀਆਂ ਵਧਾਈਆਂ ਔਰ ਕਿਤੇ ਵੀ ਉਹਨਾਂ ਨੂੰ ਮਾਮੂਲੀ ਰਿਆਇਤ ਦੇਣ ਦਾ ਵੀ ਅਖੀਰ ਉਹ 10 ਜੂਨ 1879 ਈਸਵੀ ਵਾਲੇ ਦਿਨ ਆਪਣੀ ਇਹ 5 ਭੂਤਕ ਦੇਹ ਦਾ ਠੀਕਰਾ ਜਿਹੜਾ ਉਹ ਸਰਕਾਰ ਦੇ ਸਿਰ 'ਤੇ ਫੋੜ ਕੇ ਚਲੇ ਗਏ। ਸੂਬਾ ਕਾਹਨ ਸਿੰਘ ਜੀ ਸਾਲ 1.5 ਸਾਲ ਉੱਥੇ ਇਕੱਲੇ ਰਹੇ। 79 ਤੋਂ ਬਾਅਦ 80 ਦੇ ਕਰੀਬ ਉਹਨਾਂ ਨੂੰ ਫਿਰ ਚੁਨਾਰ ਦੇ ਵਿੱਚ ਜਿਹੜੇ 2 ਮਲਵਈ ਸੂਬੇ ਸਨ, ਹੁਕਮਾ ਸਿੰਘ ਜੀ ਅਤੇ ਮਾਨ ਸਿੰਘ ਜੀ, ਕਾਹਨ ਸਿੰਘ ਹੋਰਾਂ ਨੂੰ ਉਹਨਾਂ ਦੇ ਕੋਲ ਲਿਆਂਦਾ ਔਰ ਉੱਥੋਂ ਫਿਰ 1887 'ਚ ਮਲਕਾ ਦੀ ਜੁਬਲੀ ਵੇਲੇ 5 ਕੂਕੇ ਸੂਬੇ ਵਾਪਸ ਪੰਜਾਬ ਆਏ। ਕਾਹਨ ਸਿੰਘ ਜੀ ਆਏ ਨੇ, ਬ੍ਰਹਮਾ ਸਿੰਘ ਜੀ ਆਏ ਨੇ, ਆਪਣੇ ਹੁਕਮਾ ਸਿੰਘ ਜੀ ਆਏ ਨੇ, ਮਾਨ ਸਿੰਘ ਜੀ ਆਏ ਨੇ ਅਤੇ ਮਲੂਕ ਸਿੰਘ ਜੀ ਫੂਲੇਵਾਲ ਆਏ ਨੇ। ਸੂਬਾ ਕਾਹਨ ਸਿੰਘ ਜੀ ਅੰਮ੍ਰਿਤਸਰ ਦੇ ਮਿਸਤਰੀ ਨਾਹਰ ਸਿੰਘ ਜੀ ਹੁੰਦੇ ਸਨ, ਜਿਨ੍ਹਾਂ ਨੇ ਨਾਮਧਾਰੀ ਧਰਮਸ਼ਾਲਾ ਵਾਸਤੇ ਉੱਥੇ ਥਾਂ ਦਿੱਤੀ ਸੀ ਅੰਮ੍ਰਿਤਸਰ ਵਿੱਚ।
ਗੁਰੂ ਹਰੀ ਸਿੰਘ ਜੀ ਦਾ ਟਿਕਾਣਾ ਵੀ ਉਹਨਾਂ ਦੇ ਘਰ ਹੁੰਦਾ ਸੀ। ਸਾਹਿਬ ਸਿੰਘ ਜੀ ਵੀ ਉਹਨਾਂ ਦੇ ਸੂਬਾ ਕਾਹਨ ਸਿੰਘ ਜੀ ਵੀ ਉਹਨਾਂ ਦੇ ਘਰ ਅੰਤਮ ਚਲਾਣਾ ਕੀਤਾ। ਔਰ ਇਸ ਤਰ੍ਹਾਂ ਸੂਬਾ ਸਾਹਿਬ ਸਿੰਘ ਜੀ ਦਾ ਪੰਜਾਬ ਦੇ ਇਤਿਹਾਸ ਦੇ ਵਿੱਚ, ਸੁਤੰਤਰਤਾ ਸੰਗਰਾਮ ਦੇ ਇਤਿਹਾਸ ਵਿੱਚ, ਕੌਮੀ ਮੁਕਤੀ ਅੰਦੋਲਨ ਵਿੱਚ ਔਰ ਮਨੁੱਖੀ ਆਜ਼ਾਦੀ ਵਾਸਤੇ ਜਿਹੜਾ ਵੱਡਾ ਘੋਲ ਸੀ ਬਸਤੀਵਾਦੀਆਂ ਦੇ ਖਿਲਾਫ, ਸਤਿਗੁਰੂ ਰਾਮ ਸਿੰਘ ਜੀ ਦੀ ਅਗਵਾਈ ਹੇਠ ਉਹਦੇ ਵਿੱਚ ਉਹਨਾਂ ਦਾ ਉੱਭਰਵਾਂ ਰੋਲ ਹੈ। ਅੱਜ ਵੀ ਜਦੋਂ ਆਪਾਂ ਵੇਖਦੇ ਹਾਂ ਕਿ ਦੁਨੀਆ ਦੇ ਵਿੱਚ ਇੱਕ ਅਫਰੀਕੀ ਮੂਲ ਦਾ ਸਿਆਹ ਫਾਮ ਕਾਲਾ ਅਮਰੀਕੀ ਉਹਦੀ ਧੌਣ 'ਤੇ ਮਤਲਬ ਜਿਹੜਾ ਸਾਮਰਾਜੀ ਗੋਡਾ ਟਿਕਿਆ ਹੈ, ਉਹ ਗਰੀਬ ਤੜਪ ਰਿਹਾ ਹੈ ਕਿ ਉਹ ਮੈਨੂੰ ਸਾਹ ਨਹੀਂ ਆਉਂਦਾ, ਉਹ ਮੈਨੂੰ ਛੱਡ ਦਿਓ। 8 ਮਿੰਟ ਅਤੇ 37 ਸਕਿੰਟ ਬਾਅਦ ਬੰਦੇ ਨੂੰ ਉਦੋਂ ਛੱਡਿਆ ਜਾਂਦਾ ਹੈ ਜਦੋਂ ਉਹ ਮਤਲਬ ਗੋਰਾਸ਼ਾਹੀ ਫਰੰਗੀਸ਼ਾਹੀ ਉਹ ਅੱਜ ਵੀ ਇਸ ਵਹਿਮ ਦੀ ਸ਼ਿਕਾਰ ਹੈ ਕਿ ਸ਼ਾਇਦ ਦੁਨੀਆ ਦੀ ਸਭ ਤੋਂ ਵਧੀਆ ਨਸਲ ਅਸੀਂ ਹਾਂ। ਇਸ ਲਈ ਸਤਿਗੁਰੂ ਰਾਮ ਸਿੰਘ ਜੀ ਦੀ ਜਿਹੜੀ ਉਹ ਸਿੱਖਿਆ ਸੀ ਕਿ ਜਦੋਂ ਤੱਕ ਸਾਰੇ ਹਥਿਆਰ ਸਮੁੰਦਰ 'ਚ ਨਹੀਂ ਸੁੱਟ ਦਿੱਤੇ ਜਾਂਦੇ, ਉਦੋਂ ਤੱਕ ਸ਼ਾਂਤੀ ਨਹੀਂ ਹੋ ਸਕਦੀ, ਸੁੱਖ ਨਹੀਂ ਹੋ ਸਕਦਾ। ਪ੍ਰਾਣੀ ਮਾਤਰ ਨਾਲ ਧਰਮ ਦੇ ਆਧਾਰ 'ਤੇ, ਫਿਰਕੇ ਦੇ ਆਧਾਰ 'ਤੇ, ਜਾਤ ਦੇ ਆਧਾਰ 'ਤੇ, ਲਿੰਗ ਦੇ ਆਧਾਰ 'ਤੇ, ਨਸਲ ਦੇ ਆਧਾਰ 'ਤੇ ਹਰ ਤਰ੍ਹਾਂ ਦਾ ਜਿਹੜਾ ਇਹ ਵਿਤਕਰਾ ਵੰਡੀਆਂ ਇਹ ਨਜਾਇਜ਼ ਨੇ। ਇਸ ਮਨੁੱਖੀ ਮੁਕਤੀ ਦੇ ਯੁੱਧ ਵਿੱਚ ਕੂਕਿਆਂ ਦੀਆਂ ਉਸ ਵੇਲੇ ਦੀਆਂ ਕੁਰਬਾਨੀਆਂ ਅੱਜ ਜਿਹੜੇ ਲੋਕ ਲੜ ਰਹੇ ਨੇ ਉਹਨਾਂ ਲਈ ਪ੍ਰੇਰਨਾ ਬਣਦੀਆਂ ਨੇ। ਸੂਬਾ ਜੀ ਦੇ ਉਸ ਸ਼ਹੀਦੀ ਅਸਥਾਨ 'ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਹੁਕਮ ਅਨੁਸਾਰ ਸਤਿਗੁਰੂ ਜਗਜੀਤ ਸਿੰਘ ਜੀ ਨੇ ਉੱਥੇ ਕੁਝ ਸ਼ਹੀਦੀ ਮੇਲੇ ਕੀਤੇ। ਹਾਜ਼ਰਾ ਹਜ਼ੂਰ ਜੀ ਵੀ ਪਿਛਲੇ ਕੁਝ ਮੇਲਿਆਂ ਵਿੱਚ ਉੱਥੇ ਦਰਸ਼ਨ ਦਿੱਤੇ। ਔਰ ਇਹ ਖੁਸ਼ੀ ਦੀ ਗੱਲ ਹੈ ਕਿ ਸੂਬਾ ਜੀ ਦੇ ਪਿੰਡ ਬੰਗਾਲੀਪੁਰ ਵਿੱਚ ਹਾਜ਼ਰਾ ਹਜ਼ੂਰ ਜੀ ਦੀ ਕਿਰਪਾ ਦੇ ਨਾਲ ਉੱਥੋਂ ਦੀਆਂ ਮਾਝੇ ਦੀਆਂ ਨਾਮਧਾਰੀ ਸੰਗਤਾਂ ਨੇ ਮਿਲ ਕੇ ਉਹਨਾਂ ਦਾ ਸੂਬਾ ਜੀ ਦੀ ਯਾਦ ਵਿੱਚ ਇੱਕ ਸਮਾਰਕ, ਇੱਕ ਅਸਥਾਨ ਬੰਗਾਲੀਪੁਰ ਪਿੰਡ ਵਿੱਚ ਕਾਇਮ ਕਰ ਲਿਆ, ਜਿਹੜਾ ਲੰਮੇ ਸਮੇਂ ਤੱਕ ਦੁਨੀਆ ਤੱਕ ਸੂਬਾ ਸਾਹਿਬ ਸਿੰਘ, ਸੂਬਾ ਰੂੜ ਸਿੰਘ, ਸਤਿਗੁਰੂ ਰਾਮ ਸਿੰਘ ਜੀ ਅਤੇ ਉਹਨਾਂ ਦੇ ਹੋਰ ਪ੍ਰੀਤ ਪ੍ਰਵਾਨੇ ਨਾਮਧਾਰੀ ਸਿੰਘਾਂ ਦੀ ਕੀਰਤੀ ਦਾ ਜਿਹੜਾ ਉਹ ਦੁਨੀਆ ਦੇ ਵਿੱਚ ਹੋਕਾ ਦਿੰਦੇ ਰਹਿਣਗੇ। ਇਹਨਾਂ ਸ਼ਬਦਾਂ ਦੇ ਨਾਲ ਹੀ ਸੂਬਾ ਜੀ ਨੂੰ ਪਿਆਰ ਸਾਡੇ ਦੀ ਪਰਖ ਇਸ ਵਤਨ ਦੀ ਮਿੱਟੀ ਕਰੇ, ਦੇਸ਼ ਦੀ ਸਵਾਧੀਨਤਾ ਪਲਦੀ ਲਹੂ ਦੇ ਆਸਰੇ। ਧੰਨਵਾਦ। ਸਤਿ ਸ੍ਰੀ ਅਕਾਲ।